ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੇ ਕੈਂਪ ਦੇ ਵਿੱਚ ਸਭ ਦਾ ਸਵਾਗਤ ਹੈ। ਸੋ ਅੱਜ ਦੇ ਕੈਂਪ ਦੀ ਸ਼ੁਰੂਆਤ ਕਰਾਂਗੇ ਜੀ ਜਾਪ ਦੀ ਸੇਵਾ ਤੋਂ। ਸੋ ਅੱਜ ਦੀ ਜਾਪ ਦੀ ਸੇਵਾ ਨਿਭਾਉਣਗੇ ਜੀ EPP ਨੰਬਰ 16255। ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਮਾਈਕ ਨੂੰ ਅਨਮਿਊਟ ਕਰਕੇ ਜਾਪ ਦੀ ਸੇਵਾ ਆਰੰਭ ਕਰਨ ਜੀ। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। वाहिगुरु 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 वाहिगुरु। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਬਹੁਤ ਧੰਨਵਾਦ ਜੀ EPP ਨੰਬਰ 13339 ਦਾ। ਸੋ ਹੁਣ ਅੱਜ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ ਸ਼ਹੀਦੀ ਸਪਤਾਹ ਚੱਲ ਰਿਹਾ ਹੈ, ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ। ਸੋ ਉਹਦੇ ਸੰਬੰਧ ਦੇ ਵਿੱਚ ਕਵਿਤਾ ਕਵਿਸ਼ਰੀ ਜੋ ਕਿ ਗਾਇਨ ਕੀਤੇ ਜਾਂਦੇ ਨੇ। ਸੋ ਅੱਜ ਦੀ ਜੋ ਪਹਿਲੀ ਕਵਿਤਾ ਕਵਿਸ਼ਰੀ ਹੈ ਉਹ ਸ਼ੈਰੀ ਜਿੰਦਲ ਜੀ EPP ਨੰਬਰ 16001। ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪਣੇ ਮਾਈਕ ਨੂੰ ਅਨਮਿਊਟ ਕਰਕੇ ਸਟਾਰਟ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਆਵਾਜ਼ ਸਹੀ ਆ ਰਹੀ ਹੈ ਜੀ? ਬਿਲਕੁਲ ਜੀ ਬਿਲਕੁਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੇ ਹੁਕਮ ਤੋਂ ਮੈਂ ਸ਼ੁਰੂਆਤ ਕੀਤੀ, ਕੋਸ਼ਿਸ਼ ਕਰਾਂਗੀ ਦੱਸਣ ਦੀ ਕੀ ਸਾਹਿਬਜ਼ਾਦਿਆਂ ਨਾਲ ਬੀਤੀ। ਜਨਮ ਲਿਆ ਗੁਰੂ ਤੇਗ ਬਹਾਦਰ, ਕਹਿੰਦੇ ਜਿਨ੍ਹਾਂ ਨੂੰ ਧਰਮ ਦੀ ਚਾਦਰ। ਮਾਤਾ ਗੁਜਰੀ ਜੀ ਨੂੰ ਲੱਗਦੇ ਲਾਲ ਪਿਆਰੇ, ਗੁਰੂ ਗੋਬਿੰਦ ਸਿੰਘ ਜੀ ਦੇ ਵੀ ਅੱਖਾਂ ਦੇ ਤਾਰੇ। ਛੋਟੀਆਂ ਉਮਰਾਂ ਵਿੱਚ ਹੀ ਜੰਗੀ ਮੈਦਾਨ ਵਿੱਚ ਜੋਹਰ ਵਿਖਾਏ, ਮੁਗਲ ਬਾਦਸ਼ਾਹ ਵੀ ਫਿੱਕੇ ਪਾਏ। ਗੁਰੂ ਗੋਬਿੰਦ ਸਿੰਘ ਦੇ ਘਰ ਅਜੀਤ ਜੁਝਾਰ, ਫਤਿਹ ਤੇ ਜ਼ੋਰਾਵਰ ਦਾ ਹੋਇਆ ਪ੍ਰਕਾਸ਼। ਬੜਾ ਬਹਾਦਰੀ ਵਾਲਾ ਇਹਨਾਂ ਦਾ ਇਤਿਹਾਸ। ਪਹਿਲਾਂ ਅਨੰਦਪੁਰ ਦਾ ਸੀ ਕਿਲ੍ਹਾ ਛੱਡਿਆ, ਫਿਰ ਸਿਰਸਾ ਨਦੀ ਤੇ ਪਰਿਵਾਰ ਵਿਛੜਿਆ। ਵੱਡੇ ਸਾਹਿਬਜ਼ਾਦਿਆਂ ਨੇ ਪਹਿਲਾਂ ਪਹਿਨਿਆ ਸ਼ਹਾਦਤ ਦਾ ਬਾਣਾ, ਗੁਰੂ ਜੀ ਨੇ ਵਾਹਿਗੁਰੂ ਦਾ ਕਹਿ ਕੇ ਮੰਨਿਆ ਭਾਣਾ। ਸਾਕਾ ਸਰਹੰਦ ਵੀ ਨਹੀਂ ਜਾਂਦਾ ਭੁਲਾਇਆ, ਨਿੱਕੇ ਜਿਹੇ ਵੀਰਾਂ ਨੇ ਮੁਗਲ ਹਕੂਮਤ ਨੂੰ ਸੀ ਹਿਲਾਇਆ। ਹਿੱਲ ਗਿਆ ਵਜ਼ੀਰ ਖਾਨ ਜਦ ਫਤਿਹ ਬੁਲਾਈ, ਮੁਗਲਾਂ ਦੀ ਝੂਠੀ ਸ਼ਾਨ ਖਾਕ ਮਿਲਾਈ। ਮਹਿਰੇ ਦੇ ਹੱਥੋਂ ਸੀ ਦੁੱਧ ਪੀਤਾ, ਮੋਤੀ ਜੀ ਨੇ ਇਨਸਾਨੀਅਤ ਦਾ ਸਬੂਤ ਸੀ ਦਿੱਤਾ। ਠੰਡੇ ਬੁਰਜ 'ਚ ਬੈਠੀ ਮਾਤਾ ਗੁਜਰੀ ਜੀ ਨੇ ਸ਼ਗਨ ਮਨਾਏ, ਧੰਨ ਧੰਨ ਗੁਰੂ ਜੀ ਦੇ ਜਾਏ। ਸ਼ਹੀਦਾਂ ਦੀ ਸ਼ਹਾਦਤ ਦਾ ਮੁੱਲ ਮੋੜੀਏ, ਆਪ ਗੁਰਬਾਣੀ ਨਾਲ ਜੁੜੀਏ ਤੇ ਹੋਰਾਂ ਨੂੰ ਵੀ ਜੋੜੀਏ। ਖਾਲਸਾ ਮੇਰਾ ਬੜਾ ਮਹਾਨ, ਸੱਚਾ ਸਿੱਖ ਹੈ ਖਾਲਸੇ ਦੀ ਸ਼ਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਸੱਚਾ ਸਿੱਖ ਹੈ ਖਾਲਸੇ ਦੀ ਸ਼ਾਨ। ਬਹੁਤ ਧੰਨਵਾਦ ਜੀ। ਸੋ ਹੁਣ ਦੇਵੀਗੜ੍ਹ ਤੋਂ ਜੋ ਅਗਲੀ ਕਵਿਤਾ ਕਵਿਸ਼ਰੀ ਗਾਇਨ ਕਰਨਗੇ ਜੀ ਅਮਨਦੀਪ ਕੌਰ ਜੀ। ਸੋ ਉਹਨਾਂ ਨੂੰ ਬੇਨਤੀ ਹੈ, EPP ਨੰਬਰ ਹੈਗਾ ਜੀ ਇਹਨਾਂ ਦਾ 11803। ਸ਼ਾਇਦ ਨਹੀਂ ਜੁੜੇ ਹੋਏ। ਸੋ ਅਗਰ ਕੋਈ ਹੋਰ ਬੱਚਾ ਕੋਈ ਕਵਿਤਾ ਕਵਿਸ਼ਰੀ ਕਰਨਾ ਚਾਹੁੰਦਾ ਹੈ, ਰੈਡਮੀ ਨਾਮ ਤੋਂ ਪਹਿਲਾਂ ਵੀ ਹੋਇਆ ਸੀ। ਬੱਚਿਆਂ ਨੂੰ ਬੇਨਤੀ ਹੈ ਵੀ ਜਿਨ੍ਹਾਂ ਨੇ ਕਰਨਾ ਹੁੰਦਾ ਆਪਣਾ ਜੋ EPP ਨੰਬਰ ਹੁੰਦਾ ਹੈ ਉਸਨੂੰ ਜ਼ਰੂਰ ਲਿਖਿਆ ਕਰੋ ਤਾਂ ਕਿ ਸੌਖਾ ਰਵੇ। ਸੋ ਕੋਮਲਪ੍ਰੀਤ ਕੌਰ ਜੀ
ਕੌਰ ਹੈ ਕਿ ਸਿੰਘ ਹੈ ਪਤਾ ਨਹੀਂ, ਇਕੱਲਾ ਕੋਮਲਪ੍ਰੀਤ ਲਿਖਿਆ ਹੋਇਆ ਹੈ। ਆਪਣੇ ਵੀਡੀਓ ਨੂੰ ਔਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਇੱਕ ਕਵਿਸਤਰੀ ਗਾਇਨ ਕਰਨਾ ਚਾਹੁੰਦੀ ਹਾਂ। ਪਰਛਾਵਾਂ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਲਾਲ ਚਾਰੇ, ਸੁੰਦਰ ਸੋਹਣੇ ਸਾਹਿਬਜ਼ਾਦੇ ਮਾਤਾ ਜੀਤੋ ਜੀ ਦੇ ਪਿਆਰੇ। ਚਮਕੌਰ ਦੀ ਗੜੀ ਦੱਸਦੀ ਸੂਰਮਿਆਂ ਦੀ ਦਾਸਤਾਨ, ਸਰਹੰਦ ਦੀ ਦੀਵਾਰ ਨੇ ਰਚਿਆ ਇਤਿਹਾਸ ਮਹਾਨ। ਜਦ ਨੀਹਾਂ ਵਿੱਚ ਖੜੇ ਲਗਾਏ ਲਾਲਾ ਨੇ ਜੈਕਾਰੇ, ਮਿਸਾਲ ਬਣੇ ਹੋਰਾਂ ਦੇ ਲਈ ਹੋਈ ਸਦਾ ਜੈ ਜੈਕਾਰ। ਮਹਾਨਾਂ ਸਾਦਤਾਂ ਨੂੰ ਕਰੇ ਸਿਜਦਾ ਕੋਲ ਇਹ ਸੰਸਾਰ, ਝੂਠਾ ਫੈਸ਼ਨ ਪਿੱਛੇ ਲੱਗਾ ਸਿੱਖਾਂ ਕਿਉਂ ਲਾਲਾ ਨੂੰ ਵਿਸਾਰ। ਪਰਛਾਵਾਂ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਲਾਲ ਚਾਰੇ, ਸੁੰਦਰ ਸੋਹਣੇ ਸਾਹਿਬਜ਼ਾਦਾ ਮਾਤਾ ਜੀਤੋ ਜੀ ਦੇ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ। ਮੌਕੇ ਨੂੰ ਸੰਭਾਲਦੇ ਹੋਏ ਇਹਨਾਂ ਨੇ ਜਿਹੜੀ ਕਵਿਤਾ ਸਾਡੇ ਨਾਲ ਸਾਂਝੀ ਕੀਤੀ ਹੈ। ਅੱਜ ਦਾ ਜੋ ਸੈਸ਼ਨ ਹੈ ਉਹਦੇ ਵਿੱਚ ਅਸੀਂ ਹੁਣ ਪਿਛਲੇ ਤਕਰੀਬਨ 15 ਕੁ ਦਿਨਾਂ ਤੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰ ਰਹੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਸਿੱਖਿਆਵਾਂ ਲੈ ਰਹੇ ਹਾਂ। ਸੋ ਅੱਜ ਅਸੀਂ ਸਾਰਿਆਂ ਨੇ ਸ਼ੇਅਰ ਕਰਨਾ ਕਿ ਅਸੀਂ ਉਹਨਾਂ ਦੇ ਜੀਵਨ ਦੇ ਵਿੱਚੋਂ ਕੀ ਸਿੱਖਿਆ ਲਈ ਤੇ ਆਪਣੇ ਆਪ ਨਾਲ ਕੀ ਪ੍ਰਣ ਕੀਤਾ। ਸੋ ਅੱਜ ਸਾਰੇ ਬੱਚਿਆਂ ਨੂੰ ਹੀ ਮੌਕਾ ਦਿੱਤਾ ਜਾਏਗਾ, ਜਿਹੜੇ ਵੀ ਬੱਚੇ ਕਰਨਾ ਚਾਹੁੰਦੇ ਨੇ। ਫਤਿਹ ਅਸੀਂ ਸਾਰੇ ਸਾਂਝੀ ਬੁਲਾਵਾਂਗੇ ਔਰ ਸਾਰੇ ਬੱਚੇ ਸਿਰਫ ਤੇ ਸਿਰਫ 2 ਸ਼ਬਦਾਂ ਦੇ ਵਿੱਚ ਜਾਂ 2 ਲਾਈਨਾਂ ਦੇ ਵਿੱਚ ਜੋ ਸਿੱਖਿਆ ਤੇ 2 ਲਾਈਨਾਂ ਦੇ ਵਿੱਚ ਜੋ ਪ੍ਰਣ ਕੀਤਾ। ਲੇਕਿਨ ਉਸ ਤੋਂ ਪਹਿਲਾਂ ਇੱਕ ਗੱਲ ਸਾਰੇ ਬੱਚਿਆਂ ਨੇ ਬੜੇ ਧਿਆਨ ਨਾਲ ਨੋਟ ਕਰਨੀ ਕਿ ਬੜਾ ਕੁਝ ਸਾਨੂੰ ਇਸ ਇਤਿਹਾਸ ਵਿੱਚੋਂ ਸਿੱਖਣ ਨੂੰ ਮਿਲਦਾ ਔਰ 2 ਬੜੀਆਂ ਹੀ ਅਹਿਮ ਘਟਨਾਵਾਂ ਜੋ ਕਿ ਸਾਡੇ ਜੀਵਨ ਨੂੰ ਚੰਗਾ ਬਣਾਉਣ ਦੇ ਵਿੱਚ ਔਰ ਉਹਨੂੰ ਹੋਰ ਮਜ਼ਬੂਤ ਕਰਨ ਦੇ ਲਈ, ਸਾਨੂੰ ਸਾਡੇ ਅੰਦਰ ਹੋਰ ਜਜ਼ਬਾ ਭਰਨ ਦੇ ਲਈ ਇਹਦੇ ਵਿੱਚ 2 ਘਟਨਾਵਾਂ ਬੜੀਆਂ ਹੀ ਅਹਿਮ ਨੇ। ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਜਦੋਂ ਸਰਸਾ ਨਦੀ ਦੇ ਵਿੱਚ ਪਰਿਵਾਰ ਵਿਛੜਿਆ, ਜਦੋਂ ਅਨੰਦਪੁਰ ਸਾਹਿਬ ਦੇ ਜਿਹੜਾ ਕਿਲਾ ਸੀ ਉਹਨੂੰ ਛੱਡਿਆ, ਸਰਸਾ ਦਾ ਜਿਹੜਾ ਨਦੀ ਸੀ ਉਹਨੂੰ ਪਾਰ ਕੀਤਾ, ਉਸ ਤੋਂ ਬਾਅਦ ਜਿਹੜਾ ਪਰਿਵਾਰ ਸੀ ਉਹ ਖੇਰੂ ਖੇਰੂ ਹੋ ਗਿਆ। ਔਰ ਜਦੋਂ ਉਹਨਾਂ ਨੇ ਸਰਸਾ ਨਦੀ ਨੂੰ ਪਾਰ ਕੀਤਾ, ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ ਤੇ ਹੋਰ ਸਿੰਘਾਂ ਨੇ, ਤਾਂ ਉਸ ਵੇਲੇ ਕੀ ਹੋਇਆ ਸੀ ਕਿ ਜਿਹੜੀ ਮੁਗਲ ਫੌਜ ਸੀ ਉਹ ਪਿੱਛੇ ਪੈ ਚੁੱਕੀ ਸੀ। ਇੱਕ ਵਾਰੀ ਸਾਰੇ ਇਮੇਜਿਨ ਕਰਕੇ ਦੇਖਣਾ ਕਿ ਰਾਤ ਦਾ ਟਾਈਮ, ਠੰਡ ਵੀ ਪੂਰੀ। ਅੱਜ ਕੱਲ ਰਾਤ ਨੂੰ ਇੰਨੀ ਧੁੰਦ ਹੁੰਦੀ ਹੈ ਕਿ ਅਗਰ ਅਸੀਂ ਕਾਰ ਜਾਂ ਸਕੂਟਰ ਚਲਾ ਰਹੇ ਹਾਂ ਤਾਂ ਬਿਲਕੁਲ ਅੱਗੇ ਕੁਝ ਨਹੀਂ ਦਿਖਦਾ ਕਿ ਅੱਗੇ ਕੀ ਹੈ। ਅਸੀਂ ਜਾ ਰਹੇ ਹਾਂ, ਹਨਾ, ਅਸੀਂ ਪੈਦਲ ਹੈਗੇ ਆ ਔਰ ਉੱਪਰੋਂ ਮੀਂਹ ਵੀ ਪੈਂਦਾ ਹੋਵੇ, ਪਿੱਛੇ ਸਾਡੇ ਕੋਈ ਲੱਗਿਆ ਵੀ ਹੋਵੇ ਤਾਂ ਕਿੱਦਾਂ ਦਾ ਮਾਹੌਲ ਹੋਏਗਾ। ਹੁਣ ਸੋਚ ਕੇ ਦੇਖੀਏ ਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਜਿਹੜੇ ਸਿੰਘ ਨੇ, ਨਾਲ ਸਾਹਿਬਜ਼ਾਦੇ ਨੇ ਵੱਡੇ, ਜਦੋਂ ਜਾ ਰਹੇ ਨੇ, ਉੱਪਰੋਂ ਮੀਂਹ ਵੀ ਪੈ ਰਿਹਾ, ਪਿੱਛੇ ਜਿਹੜੀ ਫੌਜ ਵੀ ਲੱਗੀ ਹੋਈ ਹੈ ਔਰ ਇੱਕਦਮ ਇੰਨਾ ਠੰਡਾ ਮੌਸਮ ਹੈ। ਉਸ ਵੇਲੇ ਜਦੋਂ ਅਸੀਂ ਅੱਗੇ ਜਾ ਰਹੇ ਸੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਔਰ ਜਿਹੜੇ ਸਿੱਖ ਹੈਗੇ ਸੀ ਜਦੋਂ ਅੱਗੇ ਜਾ ਰਹੇ ਸੀ, ਤਾਂ ਉਦੋਂ ਕੀ ਹੋਇਆ ਕਿ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਨਾ, ਤਾਂ ਗੁਰੂ ਗੋਬਿੰਦ ਸਿੰਘ ਜੀ ਰੁਕ ਗਏ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਨਾ ਹਜੇ ਇੱਕ ਕੰਮ ਕਰਨਾ ਹੈ, ਅਸੀਂ ਸਾਰਿਆਂ ਨੇ ਮਿਲ ਕੇ ਪਹਿਲਾਂ ਨਿਤਨੇਮ ਕਰਨਾ, ਆਸਾ ਕੀ ਵਾਰ ਦਾ ਕੀਰਤਨ ਕਰਨਾ ਹੈ। ਤਾਂ ਕਈਆਂ ਨੇ ਵਿੱਚ ਏਦਾਂ ਵੀ ਕਿਹਾ ਹੋਣਾ ਹੈ ਨਾ, ਕਈ ਸਾਡੇ ਮਨ ਵਿੱਚ ਵੀ ਆ ਜਾਂਦਾ ਵੀ ਜੇ ਨਹੀਂ ਵੀ ਕਰਾਂਗੇ ਇੱਕ ਦਿਨ ਤੇ ਕੀ ਫਰਕ ਪੈਂਦਾ। ਉਹ ਸਾਨੂੰ ਗੁਰੂ ਜੀ ਨੇ ਇੱਕ ਪੂਰਨੇ ਪਾਏ ਸਾਡੇ ਲਈ, ਸਾਨੂੰ ਇੱਕ ਗੱਲ ਸਿਖਾਈ ਕਿ ਦੁੱਖ ਹੋਵੇ ਸੁੱਖ ਹੋਵੇ, ਹਨੇਰੀ ਹੋਵੇ ਝੱਖੜ ਹੋਵੇ, ਜੋ ਮਰਜ਼ੀ ਹੋਵੇ, ਪਰ ਸਿੱਖ ਦਾ ਨਿਤਨੇਮ ਜ਼ਰੂਰੀ ਹੈ। ਕਿਉਂਕਿ ਜਿਹੜਾ ਨਿਤਨੇਮ ਹੈ ਉਹ ਸਿੱਖ ਲਈ ਗੁਰੂ ਦਾ ਹੁਕਮ ਹੈ, ਉਹ ਸਿੱਖ ਦੀ ਮਰਜ਼ੀ ਨਹੀਂ, ਗੁਰੂ ਦਾ ਹੁਕਮ ਹੈ। ਸੋ ਇਹ ਇੱਕ ਬੜਾ ਵੱਡਾ ਸੁਨੇਹਾ ਗੁਰੂ ਜੀ ਨੇ ਸਾਨੂੰ ਉਸ ਵੇਲੇ ਦਿੱਤਾ। ਕਈ ਵਾਰ ਅਸੀਂ ਸੋਚਦੇ ਹਾਂ ਨਾ, ਅੱਜ ਬਿਮਾਰ ਹੈ, ਅੱਜ ਨਹੀਂ ਵੀ ਕਰਦੇ ਤਾਂ ਵੀ ਕੀ ਹੈ, ਜਾਂ ਅੱਜ ਸਾਡੇ ਘਰ ਵਿਆਹ ਹੈ, ਅੱਜ ਕੰਮ ਬੜੇ ਨੇ, ਜਾਂ ਅੱਜ ਏਦਾਂ ਦੀ ਪ੍ਰੋਬਲਮ ਆ ਗਈ ਹੈ ਕਿ ਅੱਜ ਸਾਡੇ ਤੋਂ ਹੋਣਾ ਨਹੀਂ। ਸੋ ਉਹਦਾ ਕੋਈ ਨਾ ਕੋਈ ਆਲਟਰਨੇਟ ਜ਼ਰੂਰ ਹੁੰਦਾ ਹੈ। ਸੋ ਇੱਕ ਬੜਾ ਵੱਡਾ ਮੈਸੇਜ ਸਾਨੂੰ ਗੁਰੂ ਜੀ ਨੇ ਦਿੱਤਾ ਹੈ ਕਿ ਅਸੀਂ ਘੱਟੋ ਘੱਟ ਜਿਹੜਾ ਸਾਡਾ ਰੋਜ਼ ਦਾ ਨਿਤਨੇਮ ਹੈ ਉਹਨੂੰ ਨਾ ਵਿਸਾਰੀਏ, ਚਾਹੇ ਅੰਮ੍ਰਿਤ ਵੇਲੇ ਦਾ ਨਿਤਨੇਮ ਹੈ, ਚਾਹੇ ਸ਼ਾਮ ਦੀ ਰਹਿ ਰਾਸ ਹੈ। ਜੇ ਹੋ ਸਕਦਾ ਉਸ ਵੇਲੇ ਸ਼ਾਮ ਦਾ ਸਮਾਂ ਹੁੰਦਾ, ਰਹਿ ਰਾਸ ਦਾ ਸਮਾਂ ਹੁੰਦਾ, ਤਾਂ ਗੁਰੂ ਜੀ ਉੱਥੇ ਬੈਠ ਕੇ ਰਹਿ ਰਾਸ ਕਰਦੇ, ਪਰ ਸਮਾਂ ਅੰਮ੍ਰਿਤ ਵੇਲੇ ਦਾ ਸੀ। ਉਸ ਵੇਲੇ ਗੁਰੂ ਜੀ ਨੇ ਨਿਤਨੇਮ ਕੀਤਾ ਤੇ ਨਾਲ ਆਸਾ ਕੀ ਵਾਰ ਜਿਹੜੀ ਬਾਣੀ ਹੈ ਉਹਦਾ ਪਾਠ ਕੀਤਾ। ਸੋ ਇੱਕ ਤਾਂ ਇਹ ਬੜੀ ਅਹਿਮ ਘਟਨਾ ਜਿੱਥੋਂ ਕਿ ਸਾਨੂੰ ਬੜਾ ਇੱਕ ਗੁਰੂ ਜੀ ਮੈਸੇਜ ਦਿੰਦੇ ਨੇ, ਬੜਾ ਵੱਡਾ ਮੈਸੇਜ ਕਿ ਸਿੱਖ ਨੇ ਨਿਤਨੇਮ ਕਦੇ ਨਹੀਂ ਛੱਡਣਾ। ਇੱਕ ਦੂਸਰਾ ਬੜਾ ਵੱਡਾ ਮੈਸੇਜ ਸਾਨੂੰ ਛੋਟੇ ਸਾਹਿਬਜ਼ਾਦਿਆਂ ਦੇ, ਇਹ ਸੀ ਵੱਡੇ ਸਾਹਿਬਜ਼ਾਦਿਆਂ ਦੇ ਜਿਹੜੇ ਜੀਵਨ ਦੇ ਵਿੱਚੋਂ, ਔਰ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ ਵਿੱਚੋਂ ਸਾਨੂੰ ਇੱਕ ਬੜਾ ਹੀ ਅਹਿਮ ਮੈਸੇਜ ਮਿਲਦਾ ਹੈ, ਬੜਾ ਹੀ ਅਹਿਮ ਸੁਨੇਹਾ ਮਿਲਦਾ ਹੈ। ਤੁਹਾਨੂੰ ਸਾਰਿਆਂ ਨੂੰ 2 ਦਿਨ ਪਹਿਲਾਂ ਇੱਕ ਵੀਡੀਓ ਵੀ ਚਲਾਈ ਗਈ ਸੀ, ਤੇ ਸਾਰਿਆਂ ਨੇ ਦੇਖਿਆ ਵੀ ਹੋਣਾ ਹੈ, ਮੂਵੀ ਦੇ ਵਿੱਚ ਵੀ, ਇਤਿਹਾਸ ਵਿੱਚ ਵੀ ਸੁਣਿਆ ਹੋਣਾ ਹੈ
ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਹੁੰਦੇ ਨੇ, ਇਹਨਾਂ ਨੂੰ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਨੇ ਅਸੀਂ ਨਹੀਂ ਝੁਕਾ ਸਕਦੇ, ਜਿੰਨਾ ਮਰਜ਼ੀ ਜ਼ੋਰ ਲਾ ਲਈਏ ਕਦੇ ਨਹੀਂ ਝੁਕਣਗੇ। ਤਾਂ ਉਹਨਾਂ ਨੇ ਇੱਕ ਚਲਾਕੀ ਖੇਡੀ, ਕਿਉਂਕਿ ਉਹਨਾਂ ਨੂੰ ਸੀ ਕਿ ਇਹ ਕਿਸੇ ਵੀ ਤਰੀਕੇ ਸਾਡੇ ਅੱਗੇ ਝੁਕ ਜਾਣ। ਇੱਕ ਚਲਾਕੀ ਕੀ ਖੇਡੀ, ਉਹਨਾਂ ਨੇ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ, ਛੋਟਾ ਜਿਹਾ ਇੱਕ ਦਰਵਾਜ਼ਾ ਜਾਂ ਕਹਿ ਲਓ ਇੱਕ ਬਾਰੀ ਜੀ ਖੋਲ ਦਿੱਤੀ। ਕਿਉਂਕਿ ਸਾਡੇ ਸਭ ਦੇ ਇੱਕ ਸੁਭਾਅ ਹੈ ਕਿ ਜਦੋਂ ਅਸੀਂ ਹੁੰਦਾ ਸਭ ਤੋਂ ਪਹਿਲਾਂ ਸਿਰ ਅੱਗੇ ਕਰਦੇ ਹਾਂ, ਤਾਂ ਉਹਨਾਂ ਨੂੰ ਸੀ ਕਿ ਇਹ ਵੀ ਆਪਣਾ ਸਿਰ ਜਦੋਂ ਅੰਦਰ ਲੰਘਣ ਲਈ ਅੱਗੇ ਕਰਨਗੇ, ਅਸੀਂ ਕਵਾਂਗੇ ਜੀ ਇਹ ਝੁਕ ਗਏ। ਤੇ ਅੱਗੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਾਹਿਬਜ਼ਾਦੇ ਸੀ, ਉਹਨਾਂ ਨੇ ਕੀ ਕੀਤਾ, ਪਹਿਲਾਂ ਜੁੱਤੀ ਦੀ ਨੋਕ ਵਿਖਾਈ ਕਿ ਤੂੰ ਤਾਂ ਸਾਡੀ ਜੁੱਤੀ ਦੀ ਨੋਕ ਦੇ ਬਰਾਬਰ ਵੀ ਨਹੀਂ, ਸਿਰ ਝੁਕਾਣਾ ਤਾਂ ਬੜੀ ਦੂਰ ਦੀ ਗੱਲ ਹੈ। ਕਹਿਣ ਦਾ ਭਾਵ ਕਿ ਜ਼ੁਲਮ ਦੇ ਅੱਗੇ ਨਾ ਝੁਕਣਾ। ਔਰ ਜਦੋਂ ਅੰਦਰ ਗਏ, ਅੰਦਰ ਜਾ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਕੀ ਕੀਤਾ ਜੀ, ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਫਤਿਹ ਬੁਲਾਈ। ਬੜਾ ਅਹਿਮ ਮੈਸੇਜ ਦਿੱਤਾ ਸਾਨੂੰ ਸਾਰਿਆਂ ਨੂੰ ਕਿ ਕਿਸੇ ਦੇ ਸਾਹਮਣੇ ਝੁਕ ਕੇ ਆਪਣੇ ਆਪ ਨੂੰ ਨਾ ਬਦਲੀਏ। ਕਈ ਵਾਰੀ ਕੀ ਹੁੰਦਾ, ਅਸੀਂ ਕੀ ਕਰਦੇ ਆ, ਇੱਥੇ ਤਾਂ ਫਤਿਹ ਬੁਲਾ ਦਿੱਤੀ ਕੈਂਪ ਵਿੱਚ, ਹਨਾ, ਸਾਡੇ ਇੰਚਾਰਜ ਮਿਲ ਗਏ ਜਾਂ ਧਾਰਮਿਕ ਟੀਚਰ ਮਿਲ ਗਏ, ਅਸੀਂ ਫਤਿਹ ਬੁਲਾਈ ਤੀ, ਲੇਕਿਨ ਘਰ 'ਚ ਕੋਈ ਹੋਰ ਆਂਦਾ, ਸਾਨੂੰ ਫਤਿਹ ਬੁਲਾਉਂਦਿਆਂ ਵੀ ਸ਼ਰਮ ਆਉਂਦੀ ਹੈ। ਸੋ ਬੜਾ ਵੱਡਾ ਮੈਸੇਜ ਸਾਨੂੰ ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਲਾਈਫ ਵਾਸਤੇ ਦਿੱਤਾ ਕਿ ਕਿਤੇ ਵੀ ਹੋਈਏ, ਘੱਟੋ ਘੱਟ ਆਪਣੇ ਗੁਰੂ ਦੀ ਜਿਹੜੀ ਦਿੱਤੀ ਹੋਈ ਫਤਿਹ ਹੈ ਉਹਨੂੰ ਨਾ ਭੁੱਲੀਏ। ਹੁਣ ਵਜ਼ੀਰ ਖਾਨ ਨੇ ਵੀ ਤਾਂ ਅੱਗੋਂ ਫਿਰ ਜਦੋਂ ਉਹਦੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਜਦੋਂ ਛੋਟੇ ਸਾਹਿਬਜ਼ਾਦਿਆਂ ਨੇ ਫਤਿਹ ਬੁਲਾਈ ਤਾਂ ਅੱਗੋਂ ਜਵਾਬ ਕੀ ਆਂਦਾ, ਇਹ ਤੁਹਾਡੇ ਗੁਰੂ ਦਾ ਦਰਬਾਰ ਨਹੀਂ ਵੀ ਤੁਸੀਂ ਇੱਥੇ ਫਤਿਹ ਬੁਲਾਉਂਦੇ, ਇੱਥੇ ਝੁਕ ਕੇ ਸਲਾਮ ਕਰੋ। ਉਹ ਕਹਿੰਦੇ ਅਸੀਂ ਸਲਾਮ ਨਹੀਂ ਕਰਦੇ, ਅਸੀਂ ਫਤਿਹ ਹੀ ਬੁਲਾਉਂਦੇ। ਸੋ ਅਸੀਂ ਕਈ ਵਾਰੀ ਕੀ ਕਰਦੇ ਹਾਂ, ਘਰਾਂ ਦੇ ਵਿੱਚ ਹੁੰਨੇ ਆ, ਕੋਈ ਸਾਡੇ ਮਹਿਮਾਨ ਆ ਗਏ, ਅਸੀਂ ਫਤਿਹ ਬੁਲਾਉਣ 'ਚ ਸ਼ਰਮ ਮਹਿਸੂਸ ਕਰਦੇ ਹਾਂ ਕਿ ਅਸੀਂ ਫਤਿਹ ਬੁਲਾਵਾਂਗੇ ਅਗਲਾ ਕੀ ਕਹੇਗਾ। ਜੇ ਅਸੀਂ ਬੁਲਾਵਾਂਗੇ ਤਾਂ ਕੀ ਪਤਾ ਅੱਗੋਂ ਜਵਾਬ ਹੀ ਦੇਗਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2 ਵਾਰੀ ਅਸੀਂ ਵਾਹਿਗੁਰੂ ਬੋਲਾਂਗੇ, 2 ਵਾਰੀ ਉਹ ਬੋਲੇਗਾ। ਸੋ ਜ਼ਰੂਰ ਇਹ 2 ਅਹਿਮ ਮੈਸੇਜ ਹੈ, ਇਹਨਾਂ ਨੂੰ ਜ਼ਰੂਰ ਆਪਣੀ ਲਾਈਫ ਦੇ ਵਿੱਚ ਲੈ ਕੇ ਆਈਏ। ਪਹਿਲਾ ਮੈਸੇਜ ਕਿ ਜੋ ਮਰਜ਼ੀ ਹੋ ਜਾਵੇ, ਅਸੀਂ ਨਿਤਨੇਮ ਕਦੇ ਨਹੀਂ ਛੱਡਣਾ। ਨਿਤਨੇਮ ਸਿੱਖ ਦੀ ਮਰਜ਼ੀ ਨਹੀਂ, ਗੁਰੂ ਦਾ ਹੁਕਮ ਹੈ। ਔਰ ਦੂਸਰਾ ਮੈਸੇਜ ਕਿ ਅਸੀਂ ਫਤਿਹ ਨਾ ਭੁੱਲੀਏ। ਇਹ ਨਾ ਕਹੀਏ ਕਿ ਨਹੀਂ ਇਹ ਕੀ ਕਹੇਗਾ, ਮੇਰਾ ਰਿਸ਼ਤੇਦਾਰ ਏਦਾਂ ਕੀ ਸੋਚੇਗਾ ਕਿ ਮੈਂ ਫਤਿਹ ਬੁਲਾਣਾ, ਨਹੀਂ ਨਹੀਂ ਮੈਂ ਤਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜ਼ਰੂਰ ਹੈ, ਸਾਡੇ ਜੈਕਾਰੇ ਦਾ ਜਿਹੜਾ ਹੈਗਾ ਨਾ, ਬੋਲੇ ਸੋਨੇ ਹਾਲ, ਅੱਗੇ ਕੀ ਆਂਦਾ ਜੀ, ਸਤਿ ਸ਼੍ਰੀ ਅਕਾਲ ਹੈ, ਜੈਕਾਰੇ ਦੇ ਰੂਪ ਦੇ ਵਿੱਚ ਹੈ। ਲੇਕਿਨ ਜਿਹੜੀ ਫਤਿਹ ਉਹ ਕੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ 2 ਬੜੇ ਅਹਿਮ ਮੈਸੇਜ ਜੋ ਕਿ ਸਾਨੂੰ ਇਹਦੇ ਵਿੱਚੋਂ ਸਿੱਖਣ ਨੂੰ ਮਿਲਦੇ ਨੇ। ਸੋ ਹੁਣ ਬਹੁਤ ਸਾਰੇ ਬੱਚਿਆਂ ਦੇ ਹੈਂਡ ਰੇਜ਼ ਹੋ ਰਹੇ ਨੇ, ਅਸੀਂ ਸਾਰੇ ਬੱਚਿਆਂ ਨੂੰ, ਮੈਂ ਸਭ ਨੂੰ ਬੇਨਤੀ ਕਰਾਂਗੀ, ਫਤਿਹ ਅਸੀਂ ਸਭ ਨੇ ਸਾਂਝੀ ਬੁਲਾਣੀ ਹੈ। ਔਰ ਉਸ ਤੋਂ ਬਾਅਦ ਸੰਖੇਪ ਦੇ ਵਿੱਚ ਕੀ ਜੀਵਨ ਵਿੱਚੋਂ ਸਿੱਖਿਆ, ਕੀ ਪ੍ਰਣ ਕੀਤਾ। ਔਰ ਪ੍ਰਣ ਇਹ ਨਾ ਕਹੀਏ ਕਿ ਅਸੀਂ ਇੱਥੇ ਬੋਲਣ ਲਈ ਕਰਨਾ ਹੈ। ਅਸੀਂ ਜਦੋਂ ਵੀ ਪ੍ਰੋਮਿਸ ਕਰਦੇ ਹਾਂ ਨਾ, ਗੁਰੂ ਜੀ ਸਾਨੂੰ ਹਮੇਸ਼ਾ ਦੇਖ ਰਹੇ ਹੁੰਦੇ ਆ ਕਿ ਕੀ ਪ੍ਰੋਮਿਸ ਕਰ ਰਿਹਾ, ਆਪਣੇ ਪ੍ਰੋਮਿਸ ਤੇ ਪੂਰਾ ਵੀ ਉਤਰ ਰਿਹਾ ਕਿ ਨਹੀਂ ਉਤਰ ਰਿਹਾ। ਸੋ ਜ਼ਰੂਰ ਅਗਰ ਤੁਸੀਂ ਕੋਈ ਪ੍ਰੋਮਿਸ ਨਹੀਂ ਕੀਤਾ, ਬੇਸ਼ੱਕ ਕਹਿ ਦੇਣਾ ਕਿ ਕੋਈ ਪ੍ਰੋਮਿਸ ਨਹੀਂ ਕੀਤਾ ਜਾਂ ਨਾ ਬੋਲਣਾ, ਕੋਈ ਪ੍ਰੋਬਲਮ ਨਹੀਂ। ਅਗਰ ਕੋਈ ਨਹੀਂ ਵੀ ਸ਼ੇਅਰ ਕਰਨਾ ਚਾਹੁੰਦਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ। ਬਟ ਜੋ ਵੀ ਅਸੀਂ ਪ੍ਰੋਮਿਸ ਆਪਣੇ ਮਨ ਦੇ ਵਿੱਚ ਗੁਰੂ ਜੀ ਨਾਲ ਜਾਂ ਸਾਹਿਬਜ਼ਾਦਿਆਂ ਨਾਲ ਕਰ ਰਹੇ, ਉਹਨੂੰ ਨਿਭਾਈਏ ਜ਼ਰੂਰ। ਸੋ ਅਸੀਂ ਸਾਰੇ ਸਾਂਝੀ ਫਤਿਹ ਬੁਲਾਉਂਦੇ ਹਾਂ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ 10-160 ਮਨਦੀਪ ਕੌਰ। ਮੈਂ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕਰਾਂਗੀ ਕਿ ਸੀਮਤ ਸਮੇਂ ਦੇ ਵਿੱਚ ਰਹਿੰਦੇ ਹੋਏ ਅਸੀਂ ਸਾਰਿਆਂ ਨੇ ਗੱਲਬਾਤ ਕਰਨੀ ਹੈ ਜੀ। ਸ਼ਾਇਦ ਇਹਨਾਂ ਦੀ ਕਨੈਕਸ਼ਨ ਪ੍ਰੋਬਲਮ ਆ ਗਈ। ਆਪਾਂ ਨੈਕਸਟ ਸਟੂਡੈਂਟ ਲੈਣੇ ਆ ਜੀ, ਨਵਨੀਤ 11244। ਗੁਰੂ ਜੀ ਦੇ ਸਚਿਆਰ ਮਨੁੱਖ ਬਣਾਂਗੇ। ਤੇ ਜਿਵੇਂ ਕਿ ਮੈਮ ਨੇ ਵੀ ਦੱਸਿਆ ਕਿ ਅਸੀਂ ਨਿਰੰਤਰ ਸਿਮਰਨ, ਅਰਦਾਸ ਤੇ ਮਿਹਨਤ ਕਰਦੇ ਰਹੀਏ ਤੇ ਤਾਂ ਹੀ ਅਸੀਂ ਆਪਣੇ ਜਿਹੜੇ ਆਪਣੇ ਅਸੀਂ ਸਕਸੈਸ ਵੱਲ ਜਾ ਸਕਾਂਗੇ। ਤੇ ਮੈਂ ਪੜ੍ਹਨ ਕਰਦੀ ਹਾਂ ਕਿ ਕਈ ਵਾਰੀ ਹੁੰਦਾ ਕਿ ਮੈਂ ਨਿਤਨੇਮ ਕਈ ਵਾਰੀ ਨਹੀਂ ਕਰਦੀ, ਪਰ ਮੈਂ ਪੜ੍ਹਨ ਕਰਦੀ ਹਾਂ ਕਿ ਮੈਂ ਨਿਤਨੇਮ ਡੇਲੀ ਹੀ ਕਰਿਆ ਕਰਾਂਗੀ। ਕਈ ਵਾਰੀ ਆਪਣੀ ਕੋਈ ਐਵੇਂ ਦੀ ਸਿਚੁਏਸ਼ਨ ਹੁੰਦੀ ਹੈ ਕਿ ਨਿਤਨੇਮ ਨਹੀਂ ਕਰਦੇ, ਜਿਵੇਂ ਕੋਈ ਵਿਆਹ ਸ਼ਾਦੀ ਆ ਗਿਆ, ਆਪਾਂ ਨਿਤਨੇਮ ਛੱਡ ਦਿੰਦੇ ਹਾਂ ਕਿ ਅੱਜ ਕੋਈ ਨਾ ਨਹੀਂ ਕਰਦੇ। ਤਾਂ ਮੈਂ ਇਹ ਪੜ੍ਹਨ ਕਰਦੀ ਹਾਂ ਕਿ ਨਿਤਨੇਮ ਮੈਂ ਡੇਲੀ ਕਰਿਆ ਕਰਾਂਗੀ। ਤੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਉਹਨਾਂ ਵਾਂਗ ਸਚਿਆਰ ਮਨੁੱਖ ਬਣੀਏ ਤੇ ਨਿਰੰਤਰ ਸਿਮਰਨ ਤੇ ਅਰਦਾਸ ਤੇ ਮਿਹਨਤ ਕਰੀਏ, ਤਾਂ ਹੀ ਅਸੀਂ ਸਕਸੈਸ ਪ੍ਰਾਪਤ ਕਰ ਸਕਦੇ ਹਾਂ। ਬਹੁਤ ਧੰਨਵਾਦ ਜੀ। ਜੋ ਵੀ ਵਿਦਿਆਰਥੀ ਜੋ ਵੀ ਪ੍ਰਣ ਕਰ ਰਹੇ ਨੇ, ਆਪਣੀ ਜਿਹੜੀ ਤੁਹਾਡੀ ਗਿਆਨ ਗੋਲਕ ਹੈ ਨਾ, ਜਿਹਦੇ ਤੁਸੀਂ ਰੋਜ਼ ਕੈਂਪ 'ਚੋਂ ਨੋਟ ਕਰਦੇ ਹੋ ਕੀ ਸਿੱਖਿਆ, ਮੋਟਾ ਮੋਟਾ ਨਾ ਪ੍ਰਣ ਲਿਖ ਕੇ ਔਰ ਉਹਦੇ ਆਲੇ ਦੁਆਲੇ ਨਾ ਇੱਕ ਬਾਕਸ ਬਣਾ ਦਈਏ ਕਿ ਮੈਂ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਜੀ ਨੂੰ, ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਪ੍ਰਣ ਕਰਦੀ, ਮੈਂ ਇਹ ਪ੍ਰਣ ਕਰਦਾ ਵਾਂ। ਉਹਨੂੰ ਮੋਟਾ ਮੋਟਾ ਆਪਣੀ ਕਾਪੀ ਤੇ ਲਿਖ ਕੇ ਉਹਨੂੰ ਬਾਕਸ ਬਣਾ ਕੇ
ਸਾਰਿਆਂ ਨੇ ਜ਼ਰੂਰ ਇਹ ਕਰਨਾ ਜੀ ਜੋ ਵੀ ਤੁਸੀਂ ਪ੍ਰੋਮਿਸ ਕੀਤਾ। ਹਾਂਜੀ ਨੈਕਸਟ 11244 ਈਪੀਪੀ ਨੰਬਰ। ਮੇਰੇ ਕੋਲ ਪੂਰਾ ਨਹੀਂ ਲਿਖਿਆ ਆ ਰਿਹਾ ਕਿ ਨਵਨੀਤ ਕੌਰ ਹੈ ਜਾਂ ਸਿੰਘ ਹੈ। ਮੇਰਾ ਈਪੀਪੀ ਨੰਬਰ 11244 ਹੈ। ਮੈਂ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਸਿੱਖਿਆ ਕਿ ਸਾਨੂੰ ਹਮੇਸ਼ਾ ਨਿਡਰ ਹੋ ਕੇ ਜਿਉਣਾ ਚਾਹੀਦਾ ਹੈ, ਹਮੇਸ਼ਾ ਪਰਮਾਤਮਾ ਅੱਗੇ ਝੁਕਣਾ ਚਾਹੀਦਾ ਹੈ, ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਹੈ। ਸਾਨੂੰ ਕਦੇ ਵੀ ਨਾ ਜ਼ੁਲਮ ਕਰਨਾ ਚਾਹੀਦਾ ਹੈ ਅਤੇ ਨਾ ਹੀ ਸਹਿਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਣ ਕੀਤਾ ਜੀ ਜੋ ਅਸੀਂ ਸਿੱਖਿਆ ਉਹਦੇ ਚੋਂ ਕੋਈ ਨਾ ਕੋਈ ਪ੍ਰਣ ਵੀ ਜ਼ਰੂਰ ਕਰੀਏ ਜੀ। ਨੈਕਸਟ ਮਮਤਾ 15997। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਮਤਾ, ਈਪੀਪੀ ਨੰਬਰ 15997। ਮੈਂ ਛੋਟੇ ਸਾਹਿਬਜ਼ਾਦਿਆਂ ਤੋਂ ਇਹ ਸਿੱਖਿਆ ਕਿ ਸਾਨੂੰ ਹਮੇਸ਼ਾ ਆਪਣੇ ਧਰਮ ਤੇ ਕਾਇਮ ਰਹਿਣਾ ਚਾਹੀਦਾ ਹੈ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਚਾਹੀਦਾ ਹੈ। ਕਰਦੀ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸੱਚ ਬੋਲਾਂਗੀ ਤੇ ਨਿਤਨੇਮ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਕੇ ਜੀ, ਬਹੁਤ ਧੰਨਵਾਦ। ਜੋਤ ਕੌਰ ਜੀ 14062। ਮੇਰਾ ਈਪੀਪੀ ਨੰਬਰ 1402 ਜੋਨ ਮਹਿਲ ਕਲਾਂ। ਮੈਂ ਪ੍ਰਣ ਕਰਦੀ ਹਾਂ ਕਿ ਮੈਂ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਦਾ ਪਾਠ ਕਰਿਆ ਕਰਾਂਗੀ ਅਤੇ ਸਾਨੂੰ ਸਾਹਿਬਜ਼ਾਦਿਆਂ ਦੀ ਜੀਵਨ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਡੋਲਣਾ ਨਹੀਂ ਚਾਹੀਦਾ, ਚਾਹੇ ਜਿੰਨੀ ਮਰਜ਼ੀ ਮੁਸੀਬਤ ਜਾਂ ਮੁਸ਼ਕਲ ਆ ਜਾਵੇ, ਅਤੇ ਜ਼ੁਲਮ ਦੇ ਖਿਲਾਫ ਸਾਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ, ਨਾ ਕਿ ਝੁਕਣਾ ਚਾਹੀਦਾ ਹੈ। ਬਿਲਕੁਲ ਜੀ, ਬਹੁਤ ਵਧੀਆ। ਸਾਨੂੰ ਜ਼ੁਲਮ ਦਾ ਜਿਹੜਾ ਟਾਕਰਾ ਕਰਨਾ ਚਾਹੀਦਾ। ਬਹੁਤ ਧੰਨਵਾਦ ਜੀ। 16170 ਪ੍ਰਭਜੋਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਣ ਕੀਤਾ ਹੈ ਕਿ ਮੈਂ ਧਰਮ ਤੇ ਹਮੇਸ਼ਾ ਅਡੋਲ ਰਹਿਣ ਦੀ, ਦੁਨਿਆਵੀ ਲਾਲਚਾਂ ਤੇ ਜ਼ੁਲਮਾਂ ਅੱਗੇ ਨਹੀਂ ਝੁਕਾਂਗੀ। ਅੰਮ੍ਰਿਤ ਵੇਲੇ ਦੀ ਸੰਭਾਲ ਤੇ ਨਿਤਨੇਮ ਹਰ ਰੋਜ਼ ਤੇ ਰਹਿਰਾਸ ਤੇ ਕੀਰਤਨ ਸੋਲਾ ਹਰ ਰੋਜ਼ ਕਰਾਂਗੀ ਤੇ ਗੁਰੂ ਦਾ ਅੰਮ੍ਰਿਤ ਛਕ ਕੇ ਸ਼ੇਰਨੀ ਬਣਾਂਗੀ ਤੇ ਹਮੇਸ਼ਾ ਆਪਣੇ ਦ੍ਰਿੜ ਇਰਾਦੇ ਰੱਖਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੇ ਅਸੀਂ ਪਹਿਲਾਂ ਹੀ ਨਿਤਨੇਮ ਕਰ ਰਹੇ ਹਾਂ ਤਾਂ ਅਸੀਂ ਇਹ ਪ੍ਰੋਮਿਸ ਨਹੀਂ ਕਰਨਾ, ਜੇ ਅਸੀਂ ਨਹੀਂ ਕਰ ਰਹੇ ਤਾਂ ਜ਼ਰੂਰ ਇਹ ਪ੍ਰੋਮਿਸ ਅਸੀਂ ਕਰਨਾ ਹੈ। ਹਾਂਜੀ ਅਵਨੀਤ ਕੌਰ ਜੀ। ਮੈਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਸਿੱਖੀ ਜਾਨ ਤੋਂ ਵੀ ਵੱਧ ਪਿਆਰੀ ਹੈ। ਦੁਨੀਆ ਦਾ ਕੋਈ ਵੀ ਲਾਲਚ ਤੇ ਛਲਾਵਾ ਸਾਨੂੰ ਸਿੱਖੀ ਸਿਦਕ ਤੋਂ ਡੁਲਾ ਨਹੀਂ ਸਕਦਾ। ਅਸੀਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰ ਬੱਚੇ ਹਾਂ ਤੇ ਸ਼ੇਰਾਂ ਵਾਂਗ ਕਿਸੇ ਤੋਂ ਡਰਦੇ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਸਾਰੇ 111 ਜ਼ੋਨ ਤਰਨਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੋਟੇ ਸਾਹਿਬਜ਼ਾਦਿਆਂ ਦੇ ਜੀਵਨ ਦੇ ਵਿੱਚ ਸਾਨੂੰ ਇੱਕ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਕਿ ਜਿਵੇਂ ਛੋਟੇ ਸਾਹਿਬਜ਼ਾਦੇ ਆਪਣੇ ਧਰਮ ਦੇ ਉੱਤੇ ਦ੍ਰਿੜ ਰਹੇ। ਤੇ ਕਈ ਵਾਰ ਆਪਾਂ ਸੁਣਦੇ ਹਾਂ ਕਿ ਮੈਂ ਸ਼ਰਾਬ ਨਹੀਂ ਪੀਂਦਾ, ਪਰ ਮੈਨੂੰ ਉਹਨੇ ਪਿਲਾ ਦਿੱਤੀ, ਕਿ ਉਹਨੇ ਕਿਹਾ ਤੂੰ ਪੀ ਲਾ। ਜਿੰਨੇ ਤੱਕ ਅਸੀਂ ਆਪਣਾ ਮਨ ਨਹੀਂ ਪੱਕਾ ਕਰਦੇ, ਇਰਾਦਾ ਨਹੀਂ ਪੱਕਾ ਕਰਦੇ, ਉਹਨੇ ਦੇ ਤੱਕ ਅਸੀਂ ਜੋ ਵੀ ਕੋਈ ਕਹਿ ਰਿਹਾ ਉਹਦੇ ਪਿੱਛੇ ਲੱਗ ਸਕਦੇ ਹਾਂ। ਜੇ ਅਸੀਂ ਪੱਕਾ ਇਰਾਦਾ ਕਰ ਲਈਏ ਕਿ ਅਸੀਂ ਸ਼ਰਾਬ ਨਹੀਂ ਪੀਣੀ, ਅਸੀਂ ਗਲਤ ਕੰਮ ਨਹੀਂ ਕਰਨਾ, ਤਾਂ ਫਿਰ ਅਸੀਂ ਛੋਟੇ ਸਾਹਿਬਜ਼ਾਦਿਆਂ ਵਾਂਗੂ ਸਫਲਤਾ ਪ੍ਰਾਪਤ ਕਰ ਸਕਾਂਗੇ। ਮੈਂ ਆਪਣੇ ਆਪ ਨਾਲ ਇਹ ਪ੍ਰਣ ਕਰਦੀ ਹਾਂ ਕਿ ਮੈਂ ਆਪਣੇ ਸਾਹਮਣੇ ਕਦੇ ਵੀ ਕੋਈ ਜ਼ੁਲਮ ਹੁੰਦਾ ਨਹੀਂ ਦੇਖ ਸਕਾਂਗੀ ਔਰ ਜ਼ੁਲਮ ਦੇ ਖਿਲਾਫ ਆਵਾਜ਼ ਉਠਾਵਾਂਗੀ। ਇਹ ਜ਼ਰੂਰ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਹਮੇਸ਼ਾ ਸੱਚ ਦਾ ਸਾਥ ਦੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਸਭ ਨੂੰ ਬੇਨਤੀ ਫਤਿਹ ਅਸੀਂ ਸਾਂਝੀ ਬੁਲਾ ਚੁੱਕੇ ਹਾਂ। 12753 ਈਪੀਪੀ ਨੰਬਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਈਪੀਪੀ ਨੰਬਰ 12753। ਮੈਂ ਅੱਜ ਇਹ ਪ੍ਰਣ ਕਰਦਾ ਕਿ ਮੈਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਵਾਂਗ ਇੱਕ ਸੱਚਾ ਮਨੁੱਖ ਬਣਾਂਗਾ ਤੇ ਮੈਂ ਇਸ ਨਿਸ਼ਚੇ ਦੀ ਪ੍ਰਾਪਤੀ ਲਈ ਨਿਰੰਤਰ ਅਰਦਾਸ, ਸਿਮਰਨ ਤੇ ਮਿਹਨਤ ਕਰਾਂਗਾ। ਕਦੇ ਵੀ ਜ਼ੁਲਮ ਅੱਗੇ ਨਹੀਂ ਝੁਕਾਂਗਾ ਤੇ ਹਮੇਸ਼ਾ ਨਿਤਨੇਮ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਅਸੀਂ ਇਹ ਵੀ ਪ੍ਰਣ ਕਰ ਸਕਦੇ ਹਾਂ ਕਿ ਅਸੀਂ ਹਮੇਸ਼ਾ ਹਰ ਵੇਲੇ ਦਸਤਾਰ ਬੰਨਾਂਗੇ ਤੇ ਟੋਪੀ ਨਹੀਂ ਪਾਵਾਂਗੇ ਔਰ ਹਮੇਸ਼ਾ ਆਪਣੇ ਸਿਰ ਨੂੰ ਚਾਹੇ ਚੁੰਨੀ ਨਾਲ ਕੱਜ ਕੇ ਰੱਖੀਏ, ਚਾਹੇ ਕਿਸੇ ਹੋਰ ਕੱਪੜੇ ਨਾਲ ਢੱਕ ਕੇ ਰੱਖੀਏ, ਪਰ ਜ਼ਰੂਰ ਢੱਕ ਕੇ ਰੱਖਾਂਗੇ ਜੀ। ਬਹੁਤ ਧੰਨਵਾਦ ਜੀ। 16117। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਹੈ ਜੀ। ਮੈਮ ਮੈਂ ਸਾਹਿਬਜ਼ਾਦਿਆਂ ਤੋਂ ਜ਼ਿੰਦਗੀ ਵਿੱਚ ਸਿੱਖਿਆ ਕਿ ਸਾਨੂੰ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ, ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ
ਜਦੋਂ ਕੋਈ ਵੀ ਸਾਨੂੰ ਲਾਲਚ ਦੇਵੇ ਕਿ ਸਿੱਖੀ ਛੱਡ ਮੈਂ ਤੈਨੂੰ ਆਹ ਦੇਵਾਂਗਾ, ਕਦੇ ਵੀ ਉਸ ਲਾਲਚ ਨੂੰ ਕਦੇ ਵੀ ਲਾਲਚ ਨਾ ਕਿ ਮੈਂ ਮੈਨੂੰ ਆਹ ਕੁਛ ਮਿਲੂਗਾ ਮੈਂ ਕੀ ਛੱਡ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। 13284 ਜਸ਼ਨਦੀਪ ਕੌਰ। ਜਿਵੇਂ ਮੈਮ ਤੁਸੀਂ ਦੱਸਿਆ ਸੀਗਾ ਵੀ ਸਾਹਿਬਜ਼ਾਦਿਆਂ ਨੂੰ ਜਦੋਂ ਛੋਟੀ ਬਾਰੀ ਖੋਲ ਦਿੱਤੀ ਗਈ ਸੀ ਤਾਂ ਉਹਨਾਂ ਨੇ ਸਿਪਾਹੀਆਂ ਦੀ ਰੀਸ ਨਹੀਂ ਸੀ ਕੀਤੀ, ਤਾਂ ਸਾਨੂੰ ਵੀ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ। ਸਾਨੂੰ ਮੈਜੋਰਿਟੀ ਵੱਲ ਨਹੀਂ ਜਾਣਾ ਚਾਹੀਦਾ ਵੀ ਜਿੱਧਰ ਲੋਕ ਬਹੁਤੇ ਨੇ ਉਧਰ ਸਹੀ ਹੋਣਗੇ। ਜਿਵੇਂ ਉਹਨਾਂ ਨੇ ਜਾ ਕੇ ਕਚਹਿਰੀ ਦੇ ਵਿੱਚ ਫਤਿਹ ਬੁਲਾਈ ਸੀ, ਭਾਵੇਂ ਉਹਦੇ ਉੱਤੇ ਧਰਮ ਹੋਰ ਸੀ। ਅਸੀਂ ਵੀ ਕਿਸੇ ਫੰਕਸ਼ਨ ਤੇ ਜਾਂਦੇ ਹਾਂ ਤਾਂ ਸਾਨੂੰ ਵੀ ਫਤਿਹ ਦੀ ਸਾਂਝ ਪਾਉਣੀ ਚਾਹੀਦੀ ਹੈ ਤੇ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ। ਬਹੁਤ ਵਧੀਆ ਜੀ। ਕੋਈ ਪ੍ਰੋਮਿਸ? ਕਦੇ ਵੀ ਕਿਸੇ ਦੀ ਰੀਸ ਨਹੀਂ ਕਰਾਂਗੇ। ਆਪਣਾ ਕਿਸੇ ਦਾ ਪੱਕਾ ਦੇਖ ਕੇ ਆਪਣਾ ਕੱਚਾ ਨਹੀਂ ਢਾਣਾ ਚਾਹੀਦਾ। ਬਿਲਕੁਲ ਜੀ। ਔਰ ਪਹਿਲੀ ਗੱਲ ਤਾਂ ਸਾਨੂੰ ਸਿੱਖੀ ਦਿੱਤੀ ਗੁਰੂ ਜੀ ਨੇ ਪੱਕੀ ਹੈ, ਅਸੀਂ ਕੱਚਿਆਂ ਨੂੰ ਦੇਖ ਕੇ ਆਪਣਾ ਪੱਕਾ ਨਹੀਂ ਢਾਣਾ। ਸੋ ਬਹੁਤ ਧੰਨਵਾਦ ਜੀ ਕਿ ਅਸੀਂ ਕਿਸੇ ਦੀ ਰੀਸ ਨਹੀਂ ਕਰਨੀ। ਗੁਰੂ ਜੀ ਨੇ ਸਾਨੂੰ ਪਹਿਲੇ ਯੂਨੀਕ ਬਣਾਇਆ, ਚਾਹੇ ਉਹ ਸਾਨੂੰ ਦਸਤਾਰ ਦੇ ਕੇ, ਚਾਹੇ ਸਿਰ ਢੱਕ ਕੇ, ਹੈ ਨਾ। ਹਰ ਪੱਖ ਤੋਂ ਗੁਰੂ ਜੀ ਨੇ ਸਾਨੂੰ ਯੂਨੀਕ ਬਣਾਇਆ, ਚਾਹੇ ਉਹ ਬਾਣੀ ਪੜ੍ਹਨ ਦੀ ਗੱਲ ਹੈ, ਚਾਹੇ ਗੁਰੂ ਜੀ ਹਰ ਗੱਲ ਦੇ ਵਿੱਚ ਸਾਨੂੰ ਕਹਿੰਦੇ ਨੇ। ਉਹਨਾਂ ਨੇ ਸਾਨੂੰ ਰਾਈਟਿੰਗ ਸਕਿੱਲਸ ਵੀ ਏਦਾਂ ਦੀਆਂ ਦਿੱਤੀਆਂ ਕਿ ਜ਼ਫਰਨਾਮਾ ਪੜ੍ਹ ਕੇ ਹੀ ਔਰੰਗਜ਼ੇਬ ਕਦੇ ਮੰਜੇ ਤੋਂ ਨਹੀਂ ਉੱਠਿਆ। ਸੋ ਅਸੀਂ ਹਰ ਚੀਜ਼ ਜੇ ਅਸੀਂ ਸਿੱਖਣਾ ਸ਼ੁਰੂ ਕਰੀਏ ਤਾਂ ਇੰਨਾ ਕੁਝ ਸਾਡੇ ਧਰਮ ਦੇ ਵਿੱਚ ਹੈ ਕਿ ਅਸੀਂ ਬੜੇ ਹੀ ਕਹਿ ਲਓ ਦੁਨੀਆ ਦੇ ਵਿੱਚ ਟੌਪ ਲੈਵਲ ਤੇ ਆ ਸਕਦੇ ਹਾਂ। ਸੋ ਜ਼ਰੂਰ ਅਸੀਂ ਕਿਸੇ ਦੀ ਰੀਸ ਨਾ ਕਰਕੇ ਆਪਣੇ ਗੁਰੂਆਂ ਦੀ ਰੀਸ ਕਰੀਏ, ਦੁਨਿਆਵੀ ਰੀਸ ਦੀ ਰੀਸ ਕਰੀਏ ਜੀ। ਬਹੁਤ ਧੰਨਵਾਦ। ਸਹਿਲੀਨ ਕੌਰ ਜੀ। ਵਾਹਿਗੁਰੂ ਜੀ। ਸਭ ਤੋਂ ਪਹਿਲਾਂ ਅਗਰ ਇਹ ਸਿੱਖਿਆ ਦੀ ਗੱਲ ਕਰੀਏ ਤਾਂ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਅਗਰ ਉਹਨਾਂ ਦੀ ਉਮਰ ਵੱਲ ਦੇਖਿਆ ਜਾਵੇ ਤਾਂ ਉਹਨਾਂ ਦੀ ਕਿੰਨੀ ਮਤਲਬ ਛੋਟੀ ਉਮਰ ਸੀ, ਫਿਰ ਵੀ ਉਹਨਾਂ ਨੂੰ ਕਿੰਨੀਆਂ ਮੁਸ਼ਕਿਲਾਂ ਉਹਨਾਂ ਦੇ ਰਾਸਤੇ ਵਿੱਚ ਆਈਆਂ, ਕਿੰਨੀ ਉਹਨਾਂ ਦੀ ਵਾਧੇ ਉਹਨਾਂ ਦੇ ਵਿੱਚ ਰਾਸਤੇ ਦੇ ਵਿੱਚ ਮੁਸ਼ਕਿਲ ਆਈਆਂ, ਪਰ ਉਹ ਬਿਲਕੁਲ ਨਹੀਂ ਘਬਰਾਏ। ਉਹਨਾਂ ਨੇ ਫਿਰ ਵੀ ਜਾ ਕੇ ਜਿਹੜੇ ਮਤਲਬ ਜਦੋਂ ਦਰਬਾਰ ਵਿੱਚ ਪੇਸ਼ ਕੀਤੇ ਗਏ, ਉਹਨਾਂ ਦੀ ਹਿੰਮਤ ਨੂੰ ਮਤਲਬ ਕੋਈ ਵੀ ਮਤਲਬ ਹਿਲਾ ਨਹੀਂ ਸਕਿਆ। ਉਹਨਾਂ ਨੇ ਪੂਰੇ ਉਸੇ ਜੋਸ਼ ਵਿੱਚ ਆਪਣਾ ਉਹਨਾਂ ਨਾਲ ਸਵਾਲ ਜਵਾਬ ਵੀ ਕੀਤੇ ਤੇ ਉਹਨਾਂ ਨੂੰ ਆਪਣਾ ਧਰਮ ਪਰਿਵਰਤਿਤ ਵੀ ਨਹੀਂ ਕਰਨ ਬਾਰੇ ਕਿਹਾ ਕਿ ਅਸੀਂ ਨਹੀਂ ਕਰਨਾ। ਕਿੰਨੇ ਲਾਲਚ ਦਿੱਤੇ ਗਏ, ਕਿੰਨਾ ਕੁਛ ਕਿ ਤੁਹਾਨੂੰ ਐਸ਼ੋ ਆਰਾਮ ਦੀ ਜ਼ਿੰਦਗੀ ਦੇਵਾਂਗੇ, ਆਹ ਦੇਵਾਂਗੇ, ਉਹ ਦੇਵਾਂਗੇ, ਬਟ ਨਹੀਂ, ਉਹਨਾਂ ਨੂੰ ਸਿਰਫ ਆਪਣੇ ਨਿਰੰਕਾਰ ਦੀ ਭਗਤੀ ਤੇ ਆਪਣੇ ਨਿਰੰਕਾਰ ਨਾਲ ਪਿਆਰ ਸੀ। ਬਸ ਉਹਨਾਂ ਨੂੰ ਹੋਰ ਕੋਈ ਲਾਲਚ ਡਰਾਵਾ ਨਹੀਂ ਸੀ। ਤੇ ਵੱਡੇ ਸਾਹਿਬਜ਼ਾਦਿਆਂ ਨੇ ਵੀ ਆਪਣੇ ਜਿਵੇਂ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਪਿਤਾ ਸੀ, ਫਿਰ ਵੀ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਅਸੀਂ ਉਹਨਾਂ ਦੇ ਸਾਹਿਬਜ਼ਾਦੇ ਹਾਂ ਤੇ ਅਸੀਂ ਗੁਰੂ ਦੇ ਪੁੱਤਰ ਹਾਂ, ਅਸੀਂ ਜੰਗ ਵਿੱਚ ਨਹੀਂ ਜਾਣਾ। ਉਹਨਾਂ ਨੇ ਇਹ ਸੋਚਿਆ ਕਿ ਅਸੀਂ ਸਿੰਘਾਂ ਦੇ ਭਰਾ ਹਾਂ, ਪਹਿਲਾਂ ਸਿੰਘਾਂ ਦੇ ਭਰਾ ਹਾਂ, ਪਹਿਲਾਂ ਗੁਰੂ ਪਾਤਸ਼ਾਹ ਦੇ ਬੱਚੇ ਬਾਅਦ ਵਿੱਚ ਆ, ਪਹਿਲਾਂ ਤੁਹਾਡੇ ਭਰਾ ਵੀ ਆ ਤੇ ਗੁਰੂ ਸਾਹਿਬ ਦੇ ਬੱਚੇ ਹੋਣ ਦੇ ਨਾਤੇ ਅਸੀਂ ਵੀ ਜੰਗ ਵਿੱਚ ਜਾਵਾਂਗੇ, ਡਰ ਕੇ ਪਿੱਛੇ ਨਹੀਂ ਪਵਾਂਗੇ। ਤੇ ਸੋ ਮੈਂ ਵੀ ਇਹ ਪ੍ਰਣ ਕਰਦੀ ਹਾਂ, ਜਿਵੇਂ ਦੀਦੀ ਜੀ ਨੇ ਕਿਹਾ ਕਿ ਨਿਤਨੇਮ ਕਦੀ ਵੀ ਨਾ ਛੱਡੋ। ਇਹ ਸਾਨੂੰ ਸਿੱਖਿਆ ਬਹੁਤ ਇੰਪੋਰਟੈਂਟ ਇੱਕ ਮਿਲ ਜਾਏ ਪੁਆਇੰਟ। ਮੈਂ ਵੀ ਕਦੇ ਆਪਣਾ ਨਿਤਨੇਮ ਨਹੀਂ ਛੱਡਾਂਗੀ ਤੇ ਕੋਈ ਵੀ ਮੁਸ਼ਕਿਲ ਆ ਜਾਵੇ ਕਦੀ ਵੀ ਆਪਣੇ ਆਪ ਨੂੰ ਪਿੱਛੇ ਨਹੀਂ ਹੋਣ ਦੇਵਾਂਗੀ, ਉਹਨਾਂ ਦਾ ਡਟ ਕੇ ਸਾਹਮਣਾ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗੀ ਸੰਖੇਪ ਦੇ ਵਿੱਚ। ਹਾਂਜੀ, ਅਮਰਿੰਦਰ ਸਿੰਘ ਜੀ। ਅਮਰਿੰਦਰ ਸਿੰਘ ਖਾਲਸਾ ਮਹਿਲ ਕਲਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਦੀ ਸਾਂਝ ਅਸੀਂ ਸਾਰਿਆਂ ਨੇ ਇਕੱਠੀ ਕੀਤੀ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੂੰ ਸਮਾਂ ਆਪਣੇ ਕੋਲ ਸੀਮਿਤ ਹੈ ਜੀ। ਹਾਂਜੀ, ਮੈਂ ਇਹੀ ਗੱਲ ਕਹਿਣਾ ਚਾਹਾਂਗਾ ਜੀ ਵੀ ਜਿਵੇਂ ਅਸੀਂ ਸਾਡੇ ਗੁਰੂ ਸਾਹਿਬਾਨਾਂ ਦਾ ਤੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਦੇ ਹਾਂ ਤੇ ਉਹ ਤੇ ਇਤਿਹਾਸ ਨੂੰ ਪੜ੍ਹਦੇ ਹੋਏ ਅਸੀਂ ਦੂਜਿਆਂ ਨੂੰ ਵੀ ਕਹਿ ਦਿੰਦੇ ਹਾਂ ਹਨਾ ਵੀ ਤੁਸੀਂ ਏਦਾਂ ਕਰੋ, ਸਾਡੇ ਛੋਟੇ ਸਾਹਿਬਜ਼ਾਦਿਆਂ ਨੇ ਏਦਾਂ ਕੀਤਾ, ਉਹਨਾਂ ਨੇ ਆਪਣਾ ਉਹ ਡੋਲੇ ਨਹੀਂ ਹੈਗੇ, ਉਹਨਾਂ ਨੇ ਆਪਣਾ ਧਰਮ ਨਹੀਂ ਉਹ ਕੀਤਾ। ਅਸੀਂ ਕਹਿਣ ਦੇ ਨਾਲ ਨਾਲ ਹਨਾ ਵੀ ਜਿਵੇਂ ਆਪਣੇ ਤੇ ਵੀ ਲਾਗੂ ਕਰੀਏ ਜੋ ਵੀ ਕੁਝ ਅੱਜ ਅਸੀਂ ਕਹਿ ਰਹੇ ਹਾਂ ਇੱਕ ਦੂਜੇ ਨੂੰ ਵੀ ਸਾਨੂੰ ਇਹ ਵੀ ਕਰਨਾ ਚਾਹੀਦਾ, ਇਹ ਵੀ ਕਰਨਾ ਚਾਹੀਦਾ, ਵੀ ਉਸਨੂੰ ਕਿਸੇ ਨੂੰ ਕਹਿਣ ਤੋਂ ਪਹਿਲਾਂ ਅਸੀਂ ਉਸਨੂੰ ਆਪਣੇ ਤੇ ਲਾਗੂ ਕਰੀਏ। ਸੋ ਮੈਂ ਇਹੀ ਪ੍ਰਣ ਕਰਦਾ ਵੀ ਜਦੋਂ ਵੀ ਮੈਂ ਗੁਰਬਾਣੀ ਪੜੂੰਗਾ ਤਾਂ ਇਤਿਹਾਸ ਪੜੂੰਗਾ, ਉਸਨੂੰ ਮੈਂ ਪਹਿਲਾਂ ਆਪਦੇ ਉੱਤੇ ਲਾਗੂ ਕਰੂੰਗਾ, ਫਿਰ ਕਿਸੇ ਨੂੰ ਕਹੂੰਗਾ ਜੀ। ਬਹੁਤ ਧੰਨਵਾਦ ਜੀ। ਕਿ ਅਸੀਂ ਕੋਈ ਵੀ ਸਿੱਖਿਆ ਅਗਰ ਕਿਸੇ ਨੂੰ ਦਿੰਦੇ ਆ, ਸਭ ਤੋਂ ਪਹਿਲਾਂ ਕੋਸ਼ਿਸ਼ ਕਰੀਏ ਕਿ ਪਹਿਲਾਂ ਇਹ ਚੈੱਕ ਕਰੀਏ ਕਿ ਉਹਦੇ ਤੇ ਮੈਂ ਪੂਰਾ ਉਤਰ ਰਹੀ ਹਾਂ ਜਾਂ ਮੈਂ ਪੂਰੀ ਉਤਰ ਰਹੀ ਹਾਂ। ਕਿਉਂਕਿ ਜੇ ਅਸੀਂ ਜੇ ਅਸੀਂ ਆਪ ਫੋਲੋ ਨਹੀਂ ਕਰਦੇ ਹੋਵਾਂਗੇ ਨਾ, ਅਸੀਂ ਜਿਹਨੂੰ ਮਰਜ਼ੀ ਕਹਿ ਦਈਏ, ਕੋਈ ਕਦੇ ਫੋਲੋ ਨਹੀਂ ਕਰੇਗਾ। ਹਮੇਸ਼ਾ ਸਾਨੂੰ ਕਰਕੇ ਦਿਖਾਉਣਾ ਪੈਂਦਾ, ਬੋਲਣ ਦੇ ਨਾਲ ਕਦੇ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ। ਪਰ ਗੁਰੂ ਜੀ ਵੀ ਕਹਿੰਦੇ ਨੇ ਕਿ ਜਿਹੜਾ ਦੂਜਿਆਂ ਨੂੰ ਉਪਦੇਸ਼ ਦਿੰਦਾ ਤੇ ਆਪ ਨਹੀਂ ਕਰਦਾ, ਹਨਾ, ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ
ਜਨਮਿਆ ਮਰਿਆ। ਸੋ ਕਿਸੇ ਨੂੰ ਵੀ ਕੁਝ ਵੀ ਅਸੀਂ ਸੋਚਦੇ ਆ ਨਾ, ਅਸੀਂ ਕਈ ਵਾਰ ਕੁਐਸਚਨ ਪੁੱਛਦੇ ਆ, ਬੜੇ ਸਾਰੇ ਬੱਚੇ ਕੁਐਸਚਨ ਪੁੱਛਦੇ ਆ ਕਿ ਅਸੀਂ ਦੂਜਿਆਂ ਨੂੰ ਕਿੱਦਾਂ ਚੇਂਜ ਕਰ ਸਕਦੇ ਆ। ਜੇ ਅਸੀਂ ਆਪਣੇ ਆਪ ਨੂੰ ਚੇਂਜ ਕਰ ਲਾਂਗੇ ਨਾ, ਸਾਡੀ ਲਾਈਫ ਇੰਨੀ ਵਧੀਆ ਹੋਵੇ, ਸਾਨੂੰ ਦੇਖ ਕੇ ਦੂਜਾ ਕਵੇ ਕਿ ਮੈਂ ਇਹਦੇ ਵਰਗਾ ਬਣਨਾ ਹੈ, ਸਾਨੂੰ ਕਿਸੇ ਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਪਏਗੀ। ਬਹੁਤ ਧੰਨਵਾਦ ਜੀ। ਸ਼ਿਵਰਜੀਤ ਕੌਰ ਜੀ, ਮੈਂ ਬੱਚਿਆਂ ਨੂੰ ਬੇਨਤੀ ਕਰਾਂਗੀ ਜਿਨ੍ਹਾਂ ਨੇ ਹੈਂਡ ਰੇਜ਼ ਕੀਤਾ ਆਪਣੀ ਵੀਡੀਓਜ਼ ਜ਼ਰੂਰ ਜਦੋਂ ਤੁਹਾਡਾ ਵਾਰੀ ਆਉਂਦੀ ਕਰ ਲਿਆ ਕਰੋ ਜੀ। ਹਾਂਜੀ ਸ਼ਿਵਰਜੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਸਾਨੂੰ ਜੋ ਵੀ ਕਰਨਾ ਚਾਹੀਦਾ ਉਹ ਬਿਨਾਂ ਡਰੇ ਪੂਰੀ ਨਿਡਰਤਾ ਨਾਲ ਕਰਨਾ ਚਾਹੀਦਾ ਹੈ ਕਿ ਮੇਰੇ ਵਾਹਿਗੁਰੂ ਜੀ ਹਮੇਸ਼ਾ ਮੇਰੇ ਨਾਲ ਨੇ। ਲੋਕ ਬਹੁਤ ਕੁਝ ਕਹਿੰਦੇ ਨੇ ਪਰ ਬਸ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਨਿਡਰਤਾ ਤੇ ਵਿਸ਼ਵਾਸ ਨਾਲ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿੱਦਾਂ 4 ਸਾਹਿਬਜ਼ਾਦਿਆਂ ਨੇ ਆਪਣਾ ਧਰਮ ਪੂਰੀ ਨਿਡਰਤਾ ਨਾਲ ਨਿਭਾਇਆ, ਉਦਾਂ ਹੀ ਸਾਨੂੰ ਵੀ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੇ ਸਾਨੂੰ ਕੋਈ ਵੀ ਮੰਜ਼ਿਲ ਮਤਲਬ ਕਿ ਕੋਈ ਵੀ ਨਿਸ਼ਚਾ ਪੱਕਾ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਹਾਂਜੀ ਗਗਨਦੀਪ ਕੌਰ ਜੀ, ਬੇਨਤੀ ਹੈ ਜੀ ਆਪਣੇ ਮਾਈਕ ਨੂੰ ਅਨਮਿਊਟ ਕਰੋ। ਗਗਨਦੀਪ ਕੌਰ ਜੀ। मेरा नाम गगनदीप कौर EPP नंबर 9418 है। मैं ਸਾਹਿਬਜ਼ਾਦਿਆਂ ਦੀ ਤੋਂ ਸਿੱਖਿਆ ਮੈਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਵੀ ਲਾਲਚ ਵਿੱਚ ਆ ਕੇ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ। ਸਾਨੂੰ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਮੈਂ ਪ੍ਰਣ ਕਰਦੀ ਹਾਂ ਕਿ ਮੈਂ ਨਿਤਨੇਮ ਹਮੇਸ਼ਾ ਕਰਾਂਗੀ ਭਾਵੇਂ ਜਿਹੜੀ ਮਰਜ਼ੀ ਮੁਸ਼ਕਿਲ ਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਹਰਪਿੰਦਰ ਸਿੰਘ ਜੀ। ਵਾਹਿਗੁਰੂ ਜੀ, ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਮਤਲਬ ਨਿਡਰ ਹੋ ਕੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਲਾਲਚ ਤੇ ਦਬਾਅ ਵਿੱਚ ਨਹੀਂ ਆਉਣਾ ਚਾਹੀਦਾ। ਤੇ ਮੈਂ ਆਪਣੇ ਆਪ ਨਾਲ ਹੀ ਪ੍ਰਣ ਕੀਤਾ ਹੈ ਕਿ ਮੈਂ ਕਦੇ ਵੀ ਆਪਣਾ ਇੱਕ ਵੀ ਕੇਸ ਕਤਲ ਨਹੀਂ ਕਰਾਵਾਂਗੀ, ਨਾ ਹੀ ਕਦੇ ਕੈਂਚੀ ਲੱਗਣ ਦੇਵਾਂਗੀ ਤੇ ਹਮੇਸ਼ਾ ਵਾਹਿਗੁਰੂ ਜੀ ਇਹੀ ਝੁਕਾਂਗੀ। ਸੋ ਆਪਾਂ ਨੈਕਸਟ ਕਰਦੇ ਹਾਂ ਜੀ ਮਾਨਸਾ ਤੋਂ 1488714887। ਬੇਨਤੀ ਹੈ ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਸਾਹਿਬਜ਼ਾਦਿਆਂ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਗੁਰੂ ਦਾ ਹੁਕਮ ਮੰਨ ਲੈਣ ਨਾਲ ਹੀ ਸਾਡੇ ਸਾਰੇ ਜਿਹੜੇ ਡਰ ਨੇ ਉਹ ਦੂਰ ਹੋ ਜਾਂਦੇ ਨੇ। ਅੰਮ੍ਰਿਤ ਛਕ ਕੇ ਤਿਆਰ ਹੋ ਕੇ ਜਿਹੜੇ ਬੱਚੇ ਨੇ ਉਹ ਵੀ ਵੱਡੀ ਤੋਂ ਵੱਡੀ ਮੁਸੀਬਤ ਦਾ ਸਾਹਮਣਾ ਕਰ ਸਕਦੇ ਨੇ ਤੇ ਨਿਡਰ ਹੋ ਕੇ ਜੀਵਨ ਗੁਜ਼ਾਰਨਾ ਹੀ ਸਿੱਖੀ ਦਾ ਅਸਲ ਅਸੂਲ ਹੈ। ਤੇ ਮੈਂ ਪ੍ਰਣ ਕਰਦੀ ਹਾਂ ਕਿ ਵੀ ਮੈਂ ਕਿਸੇ ਵੀ ਲਾਲਚ ਵਿੱਚ ਨਹੀਂ ਆਵਾਂਗੀ ਅਤੇ ਮੈਂ ਕਿਸੇ ਵੀ ਹੋਰ ਧਰਮ ਅੱਗੇ ਸਿਰ ਨਹੀਂ ਝੁਕਾਵਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਇਹਨਾਂ ਨੇ ਬੜੀ ਪਿਆਰੀ ਗੱਲ ਕੀਤੀ ਹੈ ਕਿ ਅੰਮ੍ਰਿਤ ਛਕ ਕੇ ਕੋਈ ਕਿਸੇ ਦੇ ਅੱਗੇ ਨਹੀਂ ਝੁਕਦਾ। ਕਈ ਵਾਰ ਪਤਾ ਪੇਰੈਂਟਸ ਕੀ ਕਹਿਣਗੇ, ਵੀ ਜੇ ਅੰਮ੍ਰਿਤ ਛਕ ਲੂਗਾ ਇਹ ਸੰਭੂਗਾ ਕਿੱਦਾਂ, ਹਨਾ, ਇਹ ਸੰਭੂਗੀ ਕਿੱਦਾਂ, ਬੱਚਾ ਛੋਟਾ ਹੈ ਇਹ ਕਿੱਦਾਂ ਕਰੇਗਾ। ਔਰ ਇੱਕ ਕਰਦੇ ਆ, ਜੇ ਅਸੀਂ ਉਹ ਨਹੀਂ ਕਰਦੇ ਤਾਂ ਫਿਰ ਸਾਨੂੰ ਅੰਮ੍ਰਿਤ ਛਕਣ ਦਾ ਵੀ ਕੋਈ ਅਧਿਕਾਰ ਨਹੀਂ ਹੈ। ਸੋ ਜ਼ਰੂਰ ਜੋ 5 ਪਿਆਰੇ ਕਹਿੰਦੇ ਨੇ ਅੰਮ੍ਰਿਤ ਛਕਣ ਤੇ ਵੀ 5 ਬਾਣੀਆਂ ਦਾ ਨਿਤਨੇਮ ਹੋ ਗਿਆ ਜਾਂ ਹੋਰ ਰਹਿਤ ਮਰਿਆਦਾ ਦਾ ਜੋ ਵੀ ਸਾਨੂੰ ਸਮਝਾਉਂਦੇ ਨੇ, ਜ਼ਰੂਰ ਅਸੀਂ ਉਹਨੂੰ ਫੋਲੋ ਕਰਨਾ ਜੀ। ਹਾਂਜੀ ਨੈਕਸਟ 16018 ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਵਾਹਿਗੁਰੂ ਜੀ ਆਪਣੇ ਮਾਈਕ ਨੂੰ ਅਨਮਿਊਟ ਕਰੋ। ਮੈਮ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਗੁਰਬਾਣੀ ਪੂਰੀ ਦ੍ਰਿੜਤਾ ਨਾਲ ਪੜ੍ਹਨੀ ਚਾਹੀਦੀ ਹੈ ਤੇ ਕਦੇ ਵੀ ਡੋਲਣਾ ਨਹੀਂ ਚਾਹੀਦਾ। ਸਾਨੂੰ ਆਪਣੀ ਸਿੱਖੀ ਤੇ ਪਰਪੱਕ ਰਹਿਣਾ ਚਾਹੀਦਾ ਹੈ ਤੇ ਮੈਂ ਪ੍ਰਣ ਕਰਦੀ ਹਾਂ ਕਿ ਮੈਂ ਵੀ ਗੁਰਬਾਣੀ ਪੜ੍ਹਨ ਵੱਧ ਤੋਂ ਵੱਧ ਗੁਰਬਾਣੀ ਪੜ੍ਹਨ ਦੀ ਕੋਸ਼ਿਸ਼ ਕਰਾਂਗੀ ਤੇ ਮੈਂ ਪੂਰੀ ਗੁਰਬਾਣੀ ਪੂਰੀ ਦ੍ਰਿੜਤਾ ਨਾਲ ਪੜ੍ਹਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਸੋ ਨੈਕਸਟ ਸ਼ੈਰੀ ਜਿੰਦਲ 16001 ਜੀ ਦੀ ਸ਼ਹੀਦੀ ਤੋਂ ਸਿੱਖਿਆ ਹੈ ਕਿ ਉਮਰ ਕੋਈ ਬੈਰੀਅਰ ਨਹੀਂ ਹੁੰਦੀ। ਮਤਲਬ ਕਿਸੇ ਵੀ ਉਮਰ 'ਚ ਅਸੀਂ ਸ਼ਹੀਦੀ ਕੁਰਬਾਨੀ ਦੇ ਸਕਦੇ ਹਾਂ ਜੇ ਸਾਡੇ ਅੰਦਰ ਜਜ਼ਬਾ ਹੋਵੇ। ਤੇ ਮੈਂ ਪ੍ਰਣ ਕੀਤਾ ਹੈ ਕਿ ਮੈਂ ਗੁਰੂ ਜੀ ਦਾ ਭਾਣਾ ਹਮੇਸ਼ਾ ਸਿਰ ਮੱਥੇ ਮੰਨਾਂਗੀ ਅਤੇ ਕਦੇ ਵੀ ਨਹੀਂ ਡੋਲਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨੈਕਸਟ 10186 10190 ਬੇਨਤੀ ਹੈ ਜੀ ਆਪਣੇ ਮਾਈਕ ਨੂੰ ਅਨਮਿਊਟ ਕਰੋ। 10186 10190 ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਸਾਨੂੰ ਸਾਹਿਬਜ਼ਾਦਿਆਂ ਦੇ ਜੀਵਨ ਵਿੱਚੋਂ ਇਹ ਸਿੱਖਿਆ ਮਿਲਦੀ ਹੈ ਭਾਵੇਂ ਸਾਡੇ ਕੋਲ
ਤੇ ਭਾਵੇਂ ਸਾਡੇ ਕੋਲ ਦੁੱਖ ਹੈ ਤਾਂ ਫਿਰ ਵੀ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ, ਸਿਮਰਨ ਕਰੀਏ। ਮੈਂ ਇਹ ਪ੍ਰਣ ਕਰਦੀ ਹਾਂ ਕਿ ਮੈਂ ਸਦਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੀ ਰਹਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹਮੇਸ਼ਾ ਗੁਰੂ ਦਾ ਸ਼ੁਕਰ ਕਰੀਏ ਕਿ ਵਾਹਿਗੁਰੂ ਜੀ ਨੇ ਜੋ ਵੀ ਸਾਨੂੰ ਦਿੱਤਾ ਹੈ। ਕਈਆਂ ਕੋਲ ਤਾਂ ਇਹਦਾ ਸੁਪਨਾ ਹੈ ਹਨਾ, ਕਈ ਲੋਕਾਂ ਦਾ ਇਹ ਸੁਪਨਾ ਹੋਏਗਾ ਜੋ ਵਾਹਿਗੁਰੂ ਜੀ ਨੇ ਸਾਨੂੰ ਸੁੱਖ ਸੁਵਿਧਾਵਾਂ ਦਿੱਤੀਆਂ ਨੇ। ਸੋ ਜ਼ਰੂਰ ਹਰ ਵੇਲੇ ਵਾਹਿਗੁਰੂ ਜੀ ਦਾ ਸ਼ੁਕਰ ਕਰੀਏ। ਹਾਂਜੀ, ਜੈਤੋ ਤੋਂ ਜੀ EPP ਨੰਬਰ 13891, ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। 13368 ਮਨਪ੍ਰੀਤ ਕੌਰ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਰਨ ਕਰਦੇ ਹਾਂ ਕਿ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਹੋਏ ਉਹਨਾਂ ਦੀ ਦਿੱਤੀ ਸਿੱਖਿਆ ਤੇ ਚੱਲਾਂਗੇ ਤੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਾਂਗੇ, ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਵਾਂਗੇ, ਆਪ ਗੁਰਬਾਣੀ ਪੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। 13368। ਵਾਹਿਗੁਰੂ ਜੀ। ਸਾਨੂੰ ਚਾਰ ਸਾਹਿਬਜ਼ਾਦੇ ਦੀ ਜਿਹੜੀ ਸ਼ਹਾਦਤ ਹੈ ਉਹਨਾਂ ਦੇ ਜੀਵਨ ਤੋਂ ਇਹ ਗੱਲ ਪੂਰੀ ਤਰ੍ਹਾਂ ਪਤਾ ਚੱਲਦੀ ਹੈ ਕਿ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਜਦੋਂ ਅਸੀਂ ਆ ਜਾਂਦੇ ਹਾਂ ਤਾਂ ਸਾਡੇ ਜਿਹੜੇ ਸਾਰੇ ਸ਼ੰਕੇ ਨੇ, ਸਾਰੇ ਡਰ ਨੇ, ਉਹ ਆਪਣੇ ਆਪ ਹੀ ਦੂਰ ਹੋ ਜਾਂਦੇ ਨੇ। ਦੂਜੀ ਗੱਲ ਇਹ ਕਿ ਸਾਨੂੰ ਆਪਣੇ ਇਤਿਹਾਸ ਤੋਂ ਜ਼ਰੂਰ ਜਾਣੂ ਹੋਣਾ ਚਾਹੀਦਾ ਹੈ। ਮੈਂ ਖੁਦ ਆਪਣੇ ਨਾਲ ਪ੍ਰਣ ਕਰਦੀ ਹਾਂ ਕਿ ਮੈਂ ਪੂਰੀ ਕੋਸ਼ਿਸ਼ ਕਰਾਂਗੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਇਤਿਹਾਸ ਨੂੰ ਜਾਣੂ ਹੋ ਸਕਾਂ, ਕਿਉਂਕਿ ਜਿਹੜੇ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਅਕਸਰ ਖਤਮ ਹੋ ਜਾਂਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। 10162 ਪਟਿਆਲਾ ਤੋਂ ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। 10162 ਜਸਮੀਤ ਕੌਰ। ਹਾਂਜੀ, ਵਾਹਿਗੁਰੂ ਜੀ। ਮੈਂ ਤੇ ਸਾਨੂੰ ਚਾਰ ਸਾਹਿਬਜ਼ਾਦਿਆਂ ਤੋਂ, ਛੋਟੇ ਸਾਹਿਬਜ਼ਾਦੇ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਆਪਣੀ ਜਿਹੜੀ ਫੌਜ ਹੈ ਉਹਨੂੰ ਤਿਆਰ ਕਰਨਾ ਚਾਹੀਦਾ ਹੈ। ਛੋਟੇ ਸਾਹਿਬਜ਼ਾਦੇ ਨੂੰ ਔਰੰਗਜ਼ੇਬ ਨੇ ਪੁੱਛਿਆ ਸੀ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ। ਉਹਨਾਂ ਨੇ ਕਿਹਾ ਸੀ ਅਸੀਂ ਆਪਣੇ ਗੁਰੂ ਪਿਤਾ ਵਾਂਗ ਫੌਜ ਤਿਆਰ ਕਰਾਂਗੇ ਤੇ ਤੇਰੇ ਖਿਲਾਫ ਡਟ ਕੇ ਮੁਕਾਬਲਾ ਕਰਾਂਗੇ। ਸਾਨੂੰ ਉਹਨਾਂ ਦੇ ਇਸ ਸਿਧਾਂਤ ਨੂੰ ਬਹੁਤ ਹੀ ਆਪਣੀ ਲਾਈਫ ਦੇ ਵਿੱਚ ਬਹੁਤ ਹੀ ਸਹੀ ਤਰੀਕੇ ਨਾਲ ਅਪਣਾਉਣਾ ਚਾਹੀਦਾ ਹੈ ਤੇ ਸਾਨੂੰ ਆਪਣੀ ਫੌਜ ਤਿਆਰ ਕਰਨੀ ਚਾਹੀਦੀ ਹੈ। ਅਸੀਂ ਛੋਟੇ ਬੱਚਿਆਂ ਨੂੰ ਜਿਹੜਾ ਹੈ ਉਹਨਾਂ ਨੂੰ ਦੱਸ ਕੇ ਇਤਿਹਾਸ ਬਾਰੇ ਦੱਸ ਕੇ ਉਸ ਫੌਜ ਨੂੰ ਅਸੀਂ ਨਵੀਂ ਪਨੀਰੀ ਨੂੰ ਸਿੱਖੀ ਪ੍ਰਤੀ ਦ੍ਰਿੜ ਕਰਾ ਸਕਦੇ ਹਾਂ। ਇਸ ਲਈ ਸਾਨੂੰ ਨਿਊ ਜਨਰੇਸ਼ਨ ਨੂੰ, ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਉਹਨੂੰ ਹਮੇਸ਼ਾ ਸਿੱਖ ਇਤਿਹਾਸ ਨਾਲ ਜੋੜਨਾ ਹੈ। ਕ੍ਰਿਸਮਸ ਬਾਰੇ ਨਹੀਂ ਦੱਸਣਾ, ਉਹਨਾਂ ਨੂੰ ਹਮੇਸ਼ਾ ਸਿੱਖੀ ਨਾਲ ਜੋੜਨਾ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੇ ਇੱਕ ਫੌਜ ਦੀ ਗੱਲ ਕੀਤੀ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਸਮੀਤ ਕੌਰ ਤੇ ਮਨਦੀਪ ਕੌਰ ਜੋ ਕਿ ਕੈਂਪ ਦੇ ਵਿੱਚ ਰੈਗੂਲਰ ਪਹਿਲੇ ਦਿਨ ਤੋਂ ਰੈਗੂਲਰ ਅਟੈਂਡ ਕਰ ਰਹੇ ਨੇ ਔਰ ਇਹਨਾਂ ਨੇ ਬਹੁਤ ਸਾਰੇ ਬੱਚਿਆਂ ਨੂੰ ਆਨਲਾਈਨ ਹੀ ਕਲਾਸਿਸ ਦੇਣੀਆਂ ਸ਼ੁਰੂ ਕਰ ਦਿੱਤੀਆਂ ਔਰ ਬੱਚਿਆਂ ਨੂੰ ਬਾਣੀ ਵੀ ਕੰਠ ਕਰਾਣੀ ਸ਼ੁਰੂ ਕਰ ਦਿੱਤੀ। ਫੁਨਹੇ, ਜਪਜੀ ਸਾਹਿਬ, ਸ਼ਲੋਕ ਮਹਲਾ ਨੌਵਾਂ ਔਰ ਬਹੁਤ ਸਾਰੇ ਬੱਚਿਆਂ ਨੇ ਜੁੜ ਕੇ ਉਸ ਗਰੁੱਪ ਦੇ ਵਿੱਚ ਔਰ ਬਹੁਤ ਕੁਝ ਸਿੱਖਿਆ। ਸੋ ਜਿਹੜੀ ਫੌਜ ਦੀ ਗੱਲ ਕਰ ਰਹੇ ਨੇ ਆਲਰੇਡੀ ਇਹਨਾਂ ਨੇ ਸਟਾਰਟ ਕਰ ਦਿੱਤੀ। ਇਹਨਾਂ ਤੋਂ ਬਹੁਤ ਵਧਾਈਆਂ ਵੀ ਇਹਦੇ ਲਈ ਔਰ ਗੁਰੂ ਸਾਹਿਬ ਇਹਨਾਂ ਤੇ ਹੋਰ ਕਿਰਪਾ ਕਰਨ, ਇਸੇ ਤਰ੍ਹਾਂ ਬੱਚਿਆਂ ਨੂੰ ਹੋਰ ਜੋੜਦੇ ਰਹਿਣ ਜੀ। ਬਹੁਤ ਧੰਨਵਾਦ ਜੀ ਦੋਨਾਂ ਦਾ। ਸੋ 13505 ਮੋਗਾ ਤੋਂ ਮੈਂ ਇਹਨਾਂ ਦੇ ਮਤਲਬ ਜਿਵੇਂ ਤੋਂ ਇਹ ਪ੍ਰਣ ਕਰਦੀ ਹਾਂ ਕਿ ਮੈਂ ਮਤਲਬ ਕਦੇ ਵੀ ਵਾਹਿਗੁਰੂ ਜੀ ਅੱਗੇ ਕੰਪਲੇਂਟ ਨਹੀਂ ਕਰਾਂਗੀ ਤੇ ਆਪਣੀ ਇਮਾਨਦਾਰੀ ਨਾਲ ਜਿਹੜੀ ਆਪਣੀ ਕਿਰਤ ਕਰਾਂਗੀ, ਜਿਹੜੀ ਪੜ੍ਹਾਈ ਹੈ ਉਹ ਕਿਰਤ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਬਹੁਤ ਧੰਨਵਾਦ ਜੀ। 12832 ਪਟਿਆਲਾ ਤੋਂ ਆਪਣੇ ਮਾਈਕ ਨੂੰ ਅਨਮਿਊਟ ਕਰੋ। ਅਸੀਂ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਇਹ ਸਿੱਖਿਆ ਵੀ ਜਿਵੇਂ ਉਹਨੂੰ ਕਈ ਲਾਲਚ ਤੇ ਕਈ ਡਰਾਵੇ ਦਿੱਤੇ ਗਏ ਸੀ ਪਰ ਵੀ ਆਪਣੇ ਧਰਮ ਤੋਂ ਹਾਰੇ ਨਹੀਂ ਸੀ, ਆਪਣੇ ਧਰਮ ਪੱਕੇ ਰਹੇ ਸੀ, ਉਵੇਂ ਅਸੀਂ ਵੀ ਆਪਣੇ ਧਰਮ ਪੱਕੇ ਰਹਾਂਗੇ। ਮੈਂ ਕ੍ਰਿਸਮਸ ਵਾਲੇ ਦਿਨ ਦੇਖਿਆ ਸੀ ਵੀ ਚਰਚ ਵਿੱਚ ਨਾ ਲੋਕਾਂ ਨੂੰ ਨਾ ਪੈਸੇ ਦੇ ਵੀ ਜੇ ਤੁਸੀਂ ਸਾਡੇ ਧਰਮ ਚ ਆ ਜਾਓਗੇ ਅਸੀਂ ਤੁਹਾਨੂੰ ਇੰਨੇ ਪੈਸੇ ਦੇਂਗੇ ਤੇ ਕਈ ਲੋਕ ਲਾਲਚ ਵਿੱਚ ਆ ਕੇ ਆਪਣਾ ਧਰਮ ਵੀ ਤਬਦੀਲ ਕਰ ਰਹੇ ਸੀ। ਪਰ ਮੈਂ ਪ੍ਰਣ ਕਰਦੀ ਹਾਂ ਵੀ ਚਾਹੇ ਜਿੰਨੇ ਮਰਜ਼ੀ ਡਰਾਵੇ ਦਿੱਤੇ ਜਾਏਂਗੇ ਅਸੀਂ ਆਪਣੇ ਧਰਮ ਵਿੱਚ ਹਮੇਸ਼ਾ ਪੱਕੇ ਰਵਾਂਗੇ। ਬਹੁਤ ਧੰਨਵਾਦ ਜੀ। ਔਰ ਬੜੇ ਸਾਰੀ ਦੁਨੀਆ ਹੈ ਜਿਹੜੀ ਪੈਸੇ ਦੇ ਕੇ ਖਰੀਦਦੀ ਹੈ ਔਰ ਇਹ ਅੱਜ ਤੋਂ ਨਹੀਂ ਹੋ ਰਿਹਾ। ਦੇਖੋ ਛੋਟੇ ਸਾਹਿਬਜ਼ਾਦਿਆਂ ਦੇ ਵੇਲੇ ਤੋਂ ਵੀ ਕੀ ਸੀ, ਥੋੜਾ ਜਿਹਾ ਲਾਲਚ, ਕੋਈ ਵੀ ਲਾਲਚ ਹੈ,
ਅੱਜ ਵੀ ਬੜੇ ਲਾਲਚ ਦਿੱਤੇ ਜਾਂਦੇ ਨੇ। ਕੋਈ ਕਹਿੰਦਾ ਵੀ ਤੁਹਾਡਾ ਇਲਾਜ ਕਰਾ ਦਾਂਗੇ, ਸਾਡੇ ਧਰਮ ਵਿੱਚ ਆ ਜਾਓ। ਕੋਈ ਕਹਿੰਦਾ ਤੁਹਾਡੀ ਪੜ੍ਹਾਈ ਫ੍ਰੀ ਕਰ ਦਾਂਗੇ, ਸਾਡੇ ਧਰਮ ਵਿੱਚ ਆ ਜਾਓ। ਕੋਈ ਕਹਿੰਦਾ ਵੀ ਅਸੀਂ ਤੁਹਾਨੂੰ ਨੌਕਰੀ ਦੇ ਦਾਂਗੇ, ਤੁਸੀਂ ਇਹ ਵਾਲਾ ਧਰਮ ਅਪਣਾ ਲਓ। ਕੋਈ ਕਹਿੰਦਾ ਤੁਹਾਨੂੰ ਮਹੀਨੇ ਦਾ ਰਾਸ਼ਨ ਦੇ ਦਾਂਗੇ, ਇਹ ਵਾਲਾ ਧਰਮ ਅਪਣਾ ਲਓ। ਅਸੀਂ ਕਿੰਨਾ ਸਸਤੇ ਵਿੱਚ ਵੇਚ ਦਿੰਦੇ ਹਾਂ ਨਾ ਕਿ ਠੀਕ ਹੈ, ਸਾਨੂੰ ਤੁਸੀਂ ਇੰਨੇ ਰੁਪਏ ਦੇ ਦਿਓ, ਅਸੀਂ ਇਹ ਵਾਲਾ ਧਰਮ ਅਪਣਾ ਲਾਂਗੇ। ਪਰ ਗੁਰੂ ਜੀ ਨੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਕਿ ਅਸੀਂ ਕਿਸੇ ਦੀ ਈਨ ਨਹੀਂ ਮੰਨਣੀ, ਪਰ ਕਿਸੇ ਤੇ ਜ਼ੁਲਮ ਵੀ ਨਹੀਂ ਹੋਣ ਦੇਣਾ। ਗੁਰੂ ਤੇਗ ਬਹਾਦਰ ਜੀ ਨੇ ਦੂਸਰੇ ਧਰਮ ਦੇ ਲਈ ਸ਼ਹਾਦਤ ਵੀ ਦਿੱਤੀ। ਔਰ ਹਿਊਮਨ ਰਾਈਟਸ ਦੇ ਲਈ ਅਸੀਂ ਕਹਿ ਸਕਦੇ ਹਾਂ, ਇੱਕ ਹਿਊਮਨ ਰਾਈਟ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਆਪਣਾ ਜਿਹੜਾ ਧਰਮ ਹੈ ਉਹ ਅਪਣਾ ਸਕਦੇ ਹਾਂ। ਗੁਰੂ ਜੀ ਨੇ ਉਹਦੇ ਲਈ ਸ਼ਹਾਦਤ ਦਿੱਤੀ। ਔਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਉਹਨਾਂ ਦੇ ਪੁੱਤਰਾਂ ਨੇ ਈਨ ਨਾ ਮੰਨਦੇ ਹੋਏ ਕੋਈ ਵੀ ਧਰਮ ਕਬੂਲ ਨਾ ਕੀਤਾ, ਸਗੋਂ ਮਰਨਾ ਕਬੂਲ ਕੀਤਾ, ਸ਼ਹੀਦ ਹੋਣਾ ਕਬੂਲ ਕੀਤਾ। ਬਹੁਤ ਧੰਨਵਾਦ ਜੀ। ਸੋ ਨੈਕਸਟ 15629 ਬੇਨਤੀ ਹੈ ਜੀ, ਆਪਣੇ ਮਾਈਕ ਨੂੰ ਅਨਮਿਊਟ ਕਰੋ। ਵਾਹਿਗੁਰੂ ਜੀ। ਹਾਂਜੀ ਵਾਹਿਗੁਰੂ ਜੀ, ਮੈਂ ਪ੍ਰਣ ਕਰਦੀ ਹਾਂ ਕਿ ਮੈਂ ਹੁਣ ਤੋਂ ਦਸਤਾਰ ਸਜਾਵਾਂ ਕਰਾਂਗੀ ਜੀ। ਹੈਲੋ। ਹਾਂਜੀ ਹਾਂਜੀ, ਆਵਾਜ਼ ਆ ਰਹੀ ਤੁਹਾਡੀ। ਹਾਂਜੀ ਵਾਹਿਗੁਰੂ ਜੀ, ਮੈਂ ਪ੍ਰਣ ਕਰਦੀ ਹਾਂ ਕਿ ਮੈਂ ਹੁਣ ਤੋਂ ਦਸਤਾਰ ਸਜਾਵਾਂ ਕਰਾਂਗੀ ਜੀ। ਦਸਤਾਰ ਸਜਾਣਾ ਮੇਰਾ ਵੀ ਸੁਪਨਾ ਸੀਗਾ ਵੀ ਮੈਂ ਵੀ ਹੋਰਾਂ ਵਾਂਗੂ ਵੀ ਦਸਤਾਰ ਸਜਾਵਾਂ ਜੀ, ਤੇ ਹੁਣ ਤੋਂ ਜੀ ਮੈਂ ਦਸਤਾਰ ਸਜਾਵਾਂ ਕਰਾਂਗੀ ਜੀ। ਮੈਂ ਆਪਣੇ ਸੁਪਨੇ ਨੂੰ ਪੂਰਾ ਕਰਾਂਗੀ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਜੀ। ਸੋ ਅਸੀਂ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਤੋਂ ਇਹ ਸਿੱਖਿਆ ਲੈ ਰਹੇ ਹਾਂ, ਸਾਹਿਬਜ਼ਾਦਿਆਂ ਤੋਂ, ਕਿ ਅਸੀਂ ਉਹਨਾਂ ਵਰਗਾ ਰੂਪ ਵੀ ਲੈ ਕੇ ਆਣਾ। ਬਹੁਤ ਧੰਨਵਾਦ ਜੀ। ਸੋ ਹੁਣ ਜ਼ੋਨ ਫਿਰੋਜ਼ਪੁਰ ਤੋਂ 13869 ਬੇਨਤੀ ਹੈ ਜੀ, ਆਪਣੇ ਮਾਈਕ ਨੂੰ ਅਨਮਿਊਟ ਕਰੋ। ਵਾਹਿਗੁਰੂ ਜੀ, ਸਿੱਖਿਆ ਮਿਲਦੀ ਹੈ ਕਿ ਸਾਨੂੰ ਨਿਤਨੇਮ ਤੁਹਾਡੀ ਆਵਾਜ਼ ਘੱਟ ਆ ਰਹੀ ਹੈ, ਥੋੜਾ ਉੱਚੀ ਬੋਲੋ ਜੀ। ਸਾਨੂੰ ਛੋਟੇ ਚਾਰ ਸਾਹਿਬਜ਼ਾਦਿਆਂ ਤੋਂ ਇਹ ਸਿੱਖਿਆ ਮਿਲਦੀ ਹੈ, ਸਾਨੂੰ ਨਿਤਨੇਮ ਹਰ ਰੋਜ਼ ਕਰਨਾ ਚਾਹੀਦਾ ਹੈ, ਸਾਨੂੰ ਨਿਡਰ ਹੋ ਕੇ ਰਹਿਣਾ ਚਾਹੀਦਾ ਹੈ, ਸਾਨੂੰ ਕਦੇ ਵੀ ਸਿੱਖੀ ਤੋਂ ਨਹੀਂ ਡੋਲਣਾ ਚਾਹੀਦਾ, ਤੇ ਹੁਣ ਦੇ ਟਾਈਮ ਸਾਨੂੰ ਦੇਹਧਾਰੀ ਗੁਰੂ ਨੂੰ ਵੀ ਨਹੀਂ ਮੰਨਣਾ ਚਾਹੀਦਾ। ਪਰਮਾਤਮਾ ਸਾਰਿਆਂ ਦੇ ਅੰਦਰ ਵਸਦਾ ਹੈ। ਮੈਂ ਇਹ ਪ੍ਰਣ ਕਰਦਾ ਕਿ ਮੈਂ ਨਿਤਨੇਮ ਹਰ ਰੋਜ਼ ਕਰਾਂਗਾ ਤੇ ਹਮੇਸ਼ਾ ਸੱਚ ਬੋਲਾਂਗਾ ਤੇ ਮੁਸ਼ਕਲ ਦਾ ਡਟ ਕੇ ਸਾਹਮਣਾ ਕਰਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। EPP ਨੰਬਰ 4418 ਅਜਨਾਲਾ ਤੋਂ ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਮੈਂ ਆਪਣੇ ਇੱਕ ਛੋਟੇ ਸਾਹਿਬਜ਼ਾਦੇ ਦੇ ਜੀਵਨ ਤੇ ਪ੍ਰਣ ਕਰਦੀ ਹਾਂ ਕਿ ਸਾਨੂੰ ਕਦੀ ਵੀ ਕਿਸੇ ਦੇ ਅੱਗੇ ਝੁਕਣਾ ਨਹੀਂ ਚਾਹੀਦਾ, ਚਾਹੇ ਕਿੰਨਾ ਵੀ ਸਾਨੂੰ ਕੋਈ ਲਾਲਚ ਦੇਵੇ, ਪਰ ਝੁਕਣਾ ਨਹੀਂ ਚਾਹੀਦਾ। ਤੇ ਇਹ ਮਤਲਬ ਕਦੀ ਵੀ ਸਾਨੂੰ, ਜਿੱਦਾਂ ਛੋਟੇ ਸਾਹਿਬਜ਼ਾਦਿਆਂ ਨੇ ਝੂਠ ਵਗੈਰਾ ਇਹ ਚੀਜ਼ਾਂ ਬਿਲਕੁਲ ਨਹੀਂ ਉਹ ਕਰਦੇ। ਮਤਲਬ ਸਾਨੂੰ ਉਹਨਾਂ ਦੇ ਜੀਵਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ, ਭਾਵੇਂ ਕਿੰਨਾ ਵੀ ਸਾਡੇ ਉੱਤੇ ਕੋਈ ਹੁੰਦਾ ਹੋਵੇ ਜ਼ੁਲਮ, ਪਰ ਸਾਨੂੰ ਹਮੇਸ਼ਾ ਸੱਚ ਹੀ ਬੋਲਣਾ। ਪਹਿਲੀ ਗੱਲ ਵੀ ਸਾਨੂੰ ਜ਼ੁਲਮ ਸਹਿਣਾ ਹੀ ਨਹੀਂ ਚਾਹੀਦਾ, ਉਹਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬਹੁਤ ਫਤਿਹ। ਵਧੀਆ ਜੀ। ਸੋ ਨੈਕਸਟ 15178 ਬਠਿੰਡਾ ਤੋਂ ਮਾਈਕ ਨੂੰ ਅਨਮਿਊਟ ਕਰੋ ਜੀ। ਸਾਨੂੰ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਸੱਚ ਦਾ ਸਾਥ ਦੇਣਾ ਤੇ ਸਾਨੂੰ ਨਿਡਰ ਹੋ ਕੇ ਰਹਿਣਾ ਚਾਹੀਦਾ ਹੈ। ਸਾਨੂੰ ਜੋ ਵੀ ਜ਼ੁਲਮ ਹੁੰਦਾ ਹੈਗਾ ਉਸਦਾ ਹਮੇਸ਼ਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਮੈਂ ਪ੍ਰਣ ਕਰਦੀ ਹਾਂ ਕਿ ਜੇਕਰ ਮੈਨੂੰ ਕਿਤੇ ਵੀ ਕੋਈ ਵੀ ਜ਼ੁਲਮ ਹੁੰਦਾ ਦਿਖੇਗਾ ਤਾਂ ਮੈਂ ਇਸਦਾ ਜ਼ਰੂਰ ਸਾਹਮਣਾ ਕਰਾਂਗੀ ਤੇ ਉਸ ਜ਼ੁਲਮ ਨੂੰ ਕਰਨੋਂ ਬਹੁਤ ਹਟਾਵਾਂਗੀ। ਧੰਨਵਾਦ ਜੀ। 13785 ਮਾਈਕ ਨੂੰ ਅਨਮਿਊਟ ਕਰੋ ਜੀ। ਹਾਂਜੀ, ਸਾਨੂੰ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਡਰਨਾ ਨਹੀਂ ਚਾਹੀਦਾ, ਸਾਨੂੰ ਜ਼ੁਲਮ ਦਾ ਟਾਕਰਾ ਕਰਨਾ ਚਾਹੀਦਾ ਹੈ, ਸਾਨੂੰ ਆਪਣੀ ਕਦੇ ਵੀ ਸਿੱਖੀ ਨਹੀਂ ਛੱਡਣੀ ਚਾਹੀਦੀ, ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। 13499 ਮੋਗਾ ਤੋਂ ਸਾਨੂੰ ਸਾਹਿਬਜ਼ਾਦੇ ਦੇ ਜੀਵਨ ਤੋਂ ਸਿੱਖਿਆ ਮਿਲਦੀ ਹੈ ਕਿ ਅਸੀਂ ਇੱਕਮੁੱਠ ਹੋਈਏ। ਜਿਸ ਤਰ੍ਹਾਂ ਵਜ਼ੀਰ ਖਾਨ ਨੇ ਪੁੱਛਿਆ ਸੀਗਾ ਕਿ ਜੇ ਮੈਂ ਤੁਹਾਨੂੰ ਆਜ਼ਾਦ ਕਰਤਾ ਤਾਂ ਤੁਸੀਂ ਕੀ ਕਰੋਗੇ। ਸਾਹਿਬਜ਼ਾਦਿਆਂ ਨੇ ਕਿਹਾ ਸੀ ਕਿ ਹਨਾ ਅਸੀਂ ਆਪਣੇ ਗੁਰੂ ਪਿਤਾ ਦੇ ਸਿੰਘਾਂ ਨੂੰ ਇਕੱਠਾ ਕਰਾਂਗੇ, ਜਥੇਬੰਦ ਕਰਾਂਗੇ। ਸੋ ਇਸ ਤੋਂ ਪਤਾ ਲੱਗਦਾ ਵੀ ਸਾਨੂੰ ਇੱਕਮੁੱਠ ਹੋਣਾ ਚਾਹੀਦਾ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਅਸੀਂ ਕਿਸੇ ਅੱਗੇ ਸਿਰ ਨਹੀਂ ਝੁਕਾਉਣਾ, ਅਸੀਂ ਆਪਣੇ ਸਿਰਫ ਗੁਰੂ ਅੱਗੇ ਸਿਰ ਝੁਕਾਉਣਾ ਹੈ। ਤੇ ਕਿਉਂਕਿ ਸਾਨੂੰ ਗੁਰੂ ਹੀ ਸਾਡਾ ਜਿਹੜਾ ਮਤਲਬ ਗੁਰੂ ਹੀ ਸਾਨੂੰ ਸਭ ਕੁਝ ਦੱਸਦਾ ਹੈ। ਗੁਰੂ ਮੇਰਾ ਸੰਗ ਸਦਾ ਹੈ, ਨਾਲੇ ਗੁਰੂ ਸਾਡੇ ਸਦਾ ਅੰਗ ਸੰਗ ਰਹਿੰਦਾ ਹੈ ਜੀ। ਤੇ ਸਾਡੇ ਅੰਦਰ ਸਪਿਰਿਟ ਹੋਣਾ ਚਾਹੀਦਾ ਹੈ, ਜਜ਼ਬਾ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਧੰਨਵਾਦ ਜੀ। ਬਿਲਕੁਲ ਸਾਨੂੰ ਇਕਮੁੱਠ ਹੋ ਕੇ ਰਹਿਣਾ ਚਾਹੀਦਾ। 14822 EPP ਨੰਬਰ ਨੈਕਸਟ। ਹਾਂਜੀ, ਸਾਹਿਬਜ਼ਾਦਿਆਂ ਨੂੰ ਆਪਣਾ ਰੋਲ ਮਾਡਲ ਬਣਾਉਣਾ ਚਾਹੀਦਾ ਹੈ, ਜਿਨ੍ਹਾਂ ਨੇ ਸਾਡੇ ਉੱਤੋਂ ਆਪਣਾ ਸਾਰਾ ਪਰਿਵਾਰ ਬਾਦ ਦਿੱਤਾ। ਤੇ ਮੈਂ ਪ੍ਰਣ ਕਰਦੀ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। 12139 ਬਲਰਾਜ ਸਿੰਘ
ਬੇਨਤੀ ਹੈ ਜੀ ਆਪਣੇ ਮਾਈਕ ਨੂੰ ਅਨਮਿਊਟ ਕਰੋ। ਬਲਰਾਜ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੈਨੇ ਇਹ ਪ੍ਰਣ ਕੀਤਾ ਕਿ ਮੈਂ ਹਰ ਮੁਸ਼ਕਿਲ ਦਾ ਡਟ ਕੇ ਸਾਹਮਣਾ ਕਰਾਂਗਾ ਅਤੇ ਸੱਚ ਬੋਲਾਂਗਾ। ਬਹੁਤ ਵਧੀਆ ਜੀ, ਧੰਨਵਾਦ ਜੀ। ਨੈਕਸਟ 9602 9604 ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੈਂ ਇਹ ਪ੍ਰਣ ਕਰਦੀ ਹਾਂ ਕਿ ਸਾਨੂੰ ਗੁਰਬਾਣੀ, ਮੈਂ ਹਮੇਸ਼ਾ ਗੁਰਬਾਣੀ ਪੜਾਂਗੀ, ਸੱਚ ਦਾ ਸਾਥ ਦੇਵਾਂਗੀ, ਜ਼ੁਲਮ ਤੇ ਬੇਇਨਸਾਫੀ ਦੇ ਖਿਲਾਫ ਲੜਾਂਗੀ, ਆਪਣਾ ਧਰਮ ਨਹੀਂ ਛੱਡਾਂਗੀ, ਗੁਰਬਾਣੀ ਦੀ ਸਿੱਖਿਆ ਅਨੁਸਾਰ ਚੱਲਾਂਗੀ, ਗੁਰੂ ਜੀ ਦਾ ਨਾਮ ਜਪਾਂਗੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਮੇਸ਼ਾ ਚੇਤਾ ਰੱਖਾਂਗੇ ਤੇ ਇਤਿਹਾਸ ਨੂੰ ਨਹੀਂ ਭੁੱਲਾਂਗੇ, ਇਤਿਹਾਸ ਚੇਤਾ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਨੈਕਸਟ ਪ੍ਰੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ, ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਸਿੱਖਿਆ ਮਿਲਦੀ ਹੈ, ਸਾਨੂੰ ਕਦੇ ਵੀ ਡਰਨਾ ਨਹੀਂ ਚਾਹੀਦਾ, ਸਾਨੂੰ ਆਪਣੇ ਧਰਮ ਵਿੱਚ ਪਰਿਪੱਕ ਰਹਿਣਾ ਚਾਹੀਦਾ ਹੈ, ਕਦੇ ਵੀ ਜ਼ੁਲਮ ਦਾ, ਜ਼ਾਲਮਾਂ ਦਾ ਵਿਰੋਧ, ਹਮੇਸ਼ਾ ਜ਼ੁਲਮ ਦਾ ਵਿਰੋਧ ਕਰਨਾ ਚਾਹੀਦਾ ਹੈ। ਆਪਣੇ ਅੰਦਰ ਆਤਮ ਵਿਸ਼ਵਾਸ, ਹਿੰਮਤ, ਜਜ਼ਬਾ ਲੈ ਆਉਣ ਦੀ ਲੋੜ ਹੈਗੀ ਤੇ ਸਾਨੂੰ ਹਮੇਸ਼ਾ ਮਨੁੱਖਤਾ ਦੀ ਭਲਾਈ ਲਈ ਹੀ ਕੰਮ ਕਰਨੇ ਚਾਹੀਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਮੈਂ ਫਿਰ ਸਾਰੇ ਬੱਚਿਆਂ ਨੂੰ ਬੇਨਤੀ ਕਰਾਂਗੀ, ਫਤਿਹ ਅਸੀਂ ਸਾਰਿਆਂ ਨੇ ਸਾਂਝੀ ਇਸ ਕਰਕੇ ਬੁਲਾਈ ਸੀ ਕਿਉਂਕਿ ਸਮਾਂ ਸੀਮਤ ਹੈ ਔਰ ਬਹੁਤ ਸਾਰੇ ਬੱਚਿਆਂ ਨੇ ਆਪਣੇ ਜਿਹੜੇ ਅੱਜ ਵਿਚਾਰ ਸਾਂਝੇ ਕਰਨੇ ਨੇ। ਸੋ ਨੈਕਸਟ ਨਮਨਦੀਪ ਕੌਰ 15704 ਬੇਨਤੀ ਹੈ ਜੀ ਆਪਣੇ ਮਾਈਕ ਨੂੰ ਅਨਮਿਊਟ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਹ ਪ੍ਰਣ ਕੀਤਾ ਕਿ ਸਾਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਜਿਵੇਂ ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਸੀ। ਇਹ ਸਾਨੂੰ ਵਾਹਿਗੁਰੂ ਜੀ ਦੇ ਹੁਕਮ ਮੰਨਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਨੈਕਸਟ ਸਹਲੀਨ ਕੌਰ। ਵਾਹਿਗੁਰੂ ਜੀ, ਮੇਰਾ ਬ੍ਰਦਰ ਵੀ ਕੁਝ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੈ ਜੀ। ਹਾਂਜੀ। ਮੈਂ ਵਾਅਦਾ ਕਰਦਾ ਹਾਂ, ਜਿੱਦਾਂ ਛੋਟੇ ਸਾਹਿਬਜ਼ਾਦੇ ਧਮਕਾਇਆ ਗਿਆ, ਲਾਲਚ ਦਿੱਤਾ ਗਿਆ, ਤੇ ਮੈਂ ਵੀ ਆਪਣੀ ਸਿੱਖੀ ਨਾਲ ਓਨਾ ਹੀ ਪਿਆਰ ਕਰਾਂਗਾ। ਵਾਹਿਗੁਰੂ ਜੀ ਦਾ ਜ਼ਰੂਰ ਦਸਤਾਰ ਵੀ ਸਜਾਣੀ ਹੈ ਜੀ, ਅਸੀਂ ਟੋਪੀ ਨਹੀਂ ਪਾਣੀ, ਠੀਕ ਹੈ ਜੀ। ਇਹ ਵੀ ਇੱਕ ਤਰੀਕੇ ਦੀ ਟੋਪੀ ਹੈ, ਅਸੀਂ ਇਸ ਟੋਪੀ ਨੂੰ ਨਹੀਂ ਪਹਿਨਣਾ, ਅਸੀਂ ਹਮੇਸ਼ਾ ਦਸਤਾਰ ਸਜਾਣੀ ਹੈ ਜੀ। ਬਹੁਤ ਧੰਨਵਾਦ। ਸੋ ਨੈਕਸਟ 11803 ਬੇਨਤੀ ਹੈ ਜੀ ਆਪਣੇ ਮਾਈਕ ਨੂੰ ਅਨਮਿਊਟ ਕਰੋ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਛੋਟੇ ਸਾਹਿਬਜ਼ਾਦਿਆਂ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਮੁਸ਼ਕਿਲਾਂ ਦਾ ਹਮੇਸ਼ਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ, ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ, ਕਦੇ ਵੀ ਝੂਠ ਨਹੀਂ, ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ, ਹਰ ਇੱਕ ਨਾਲ ਮਿੱਠਾ ਬੋਲਣਾ ਚਾਹੀਦਾ ਹੈ, ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ, ਕਿਸੇ ਨਾਲ ਵੈਰ ਵਿਰੋਧ ਨਹੀਂ ਕਰਨਾ ਚਾਹੀਦਾ, ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ, ਵੱਧ ਤੋਂ ਵੱਧ ਗੁਣ ਹਾਸਲ ਕਰਨੇ ਚਾਹੀਦੇ ਹਨ, ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਬਹੁਤ ਧੰਨਵਾਦ ਜੀ। ਸਾਰੇ ਵਿਦਿਆਰਥੀਆਂ ਨੂੰ ਫਿਰ ਤੋਂ ਬੇਨਤੀ ਕਰਦੀ ਹਾਂ, ਅੱਜ ਤੁਸੀਂ ਜੋ ਵੀ ਬੋਲਿਆ ਨਾ ਇਸ ਕੈਂਪ ਦੇ ਵਿੱਚ, ਚਾਹੇ ਉਹ ਤੁਸੀਂ ਇਹ ਬੋਲਿਆ ਕਿ ਮੈਂ ਕੀ ਸਿੱਖਿਆ, ਚਾਹੇ ਇਹ ਬੋਲਿਆ ਕਿ ਮੈਂ ਕੀ ਪ੍ਰਣ ਕੀਤਾ, ਉਹਨੂੰ ਆਪਣੀ ਕਾਪੀ ਤੇ ਮੋਟਾ ਲਿਖਣਾ ਖਾਲੀ ਪੇਜ ਦੇ ਉੱਪਰ, ਜਿਸ ਵੀ ਜਿਹੜੀ ਗਿਆਨ ਗੋਲਕ ਤੁਹਾਡੀ ਬਣ ਰਹੀ ਹੈ ਨਾ, ਤੇ ਉਹਦੇ ਤੇ ਇੱਕ ਬਾਕਸ ਬਣਾਉਣਾ ਹੈ, ਜਿੱਦਾਂ ਕਹਿੰਦੇ ਨਾ ਵੀ ਬਾਹਰ ਨਾ ਗਿਰ ਜਾਵੇ। ਸੋ ਇਸ ਕਰਕੇ ਇੱਕ ਬਾਕਸ ਬਣਾ ਕੇ ਉਹਦੇ ਵਿੱਚ ਲਿਖਣਾ ਕਿ ਇਹ ਸਿੱਖਿਆ, ਇਹ ਪ੍ਰਣ ਕੀਤਾ, ਥੋੜਾ ਮੋਟਾ ਜਿਹੜਾ ਨਾਰਮਲ ਲਿਖਦੇ ਉਸ ਤੋਂ ਥੋੜਾ ਜਿਹਾ ਵੱਡਾ ਸਾਈਜ਼ ਕਰਨਾ ਜੀ, ਔਰ ਉਹਦੀ ਫੋਟੋ ਖਿੱਚ ਕੇ ਜ਼ਰੂਰ ਆਪਣੇ ਵਾਈਸਿਸ ਨੂੰ ਭੇਜਣੀ ਹੈ। ਹਾਂਜੀ। ਨੈਕਸਟ ਜੀ ਮਨਪ੍ਰੀਤ ਕੌਰ। ਮਨਪ੍ਰੀਤ ਕੌਰ ਜੀ। ਮੈਮ ਵਾਹਿਗੁਰੂ ਜੀ ਕਾ ਮੈਮ ਮੇਰੀ ਆਵਾਜ਼ ਆ ਰਹੀ ਹੈ? ਜੀ ਆ ਰਹੀ ਹੈ ਜੀ। ਮੈਨੂੰ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਧਰਮ ਵਿੱਚ ਪੱਕਾ ਰਹਿਣਾ ਚਾਹੀਦਾ ਹੈ ਅਤੇ ਨਿਡਰ ਹੋ ਕੇ ਜਿਉਣਾ ਚਾਹੀਦਾ ਹੈ, ਤੇ ਨਾ ਹੀ ਕਿਸੇ ਤੇ ਜ਼ੁਲਮ ਕਰਨਾ ਚਾਹੀਦਾ ਹੈ ਤੇ ਨਾ ਹੀ ਸਹਿਣਾ ਚਾਹੀਦਾ ਹੈ। ਸਾਨੂੰ ਮੁਸ਼ਕਿਲਾਂ ਦਾ ਡਟ ਕੇ ਸਾਹਮਣਾ ਵੀ ਕਰਨਾ ਚਾਹੀਦਾ ਹੈ ਅਤੇ ਸਾਨੂੰ ਸਿਰਫ ਆਪਣੇ ਗੁਰੂ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ। ਅਤੇ ਮੈਂ ਇਹ ਪ੍ਰਣ ਕਰਦੀ ਹਾਂ ਕਿ ਮੈਂ ਨਿਤਨੇਮ ਦੇ ਨਾਲ ਹੋਰ ਬਾਣੀਆਂ ਵੀ ਕੰਠ ਕਰਕੇ ਨਿਤਨੇਮ ਬਣਾਂਗੀ ਅਤੇ ਮੈਂ ਆਪਣੇ ਧਰਮ ਵਿੱਚ ਪੱਕੀ ਰਹਾਂਗੀ। ਬਹੁਤ ਵਧੀਆ ਜੀ। ਨੈਕਸਟ ਮੁਸਕਾਨ। ਵਾਹਿਗੁਰੂ। ਹਾਂਜੀ। ਸੰਦੀਪ ਕੌਰ।
ਆਪਣੇ ਆਪ ਨੂੰ ਅਨਮਿਊਟ ਕਰੋ ਜੀ। ਵਾਹਿਗੁਰੂ ਜੀ। ਹਾਂਜੀ ਹਾਂਜੀ ਸੰਦੀਪ ਕੌਰ ਜੀ। ਵਾਹਿਗੁਰੂ ਜੀ, ਮੈਂ ਪ੍ਰਣ ਕਰਦੀ ਹਾਂ ਕਿ ਮੈਂ ਕਦੇ ਵੀ ਡਰਾਂਗੀ ਦੁਸ਼ਮਣ ਤੋਂ ਨਾ ਸਗੋਂ ਡਟ ਕੇ ਸਾਹਮਣਾ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬਹੁਤ ਵਧੀਆ ਜੀ। ਜਿਹੜੇ ਵਿਦਿਆਰਥੀ ਅੱਜ ਬੋਲ ਰਹੇ ਆ ਨਾ, ਇੱਕ ਤਾਂ ਆਪਣਾ ਡਰ ਦੂਰ ਕਰ ਰਹੇ ਆ ਕਿ ਅਸੀਂ ਜਿੱਦਾਂ ਬੜੇ ਸਾਰੇ ਬੱਚੇ ਨੇ ਜਿਹੜੇ ਪਬਲਿਕ ਸਪੀਕਿੰਗ ਤੋਂ ਡਰਦੇ ਹੁੰਦੇ ਨੇ, ਸੋ ਅੱਜ ਬੜਿਆਂ ਦਾ ਇਹ ਵੀ ਡਰ ਦੂਰ ਹੋ ਰਿਹਾ। ਸੋ ਬਹੁਤ ਧੰਨਵਾਦ ਜਿਹੜੇ ਭਾਗ ਲੈ ਰਹੇ ਨੇ। EPP ਨੰਬਰ 15300 ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਹੈਲੋ ਮੈਮ, ਮੈਂ ਕਿਹਾ ਕਿ ਮੈਂ ਹਮੇਸ਼ਾ ਸੱਚ ਬੋਲਣਾ ਹਮੇਸ਼ਾ ਵਿੱਚ ਰਵਾਂਗੀ ਜੀ। ਬਹੁਤ ਧੰਨਵਾਦ ਜੀ। ਸੋ ਨੈਕਸਟ 11-11-7 EPP ਨੰਬਰ ਹੈਗਾ ਜੀ ਇਹਨਾਂ ਦਾ। ਇਹਨਾਂ ਨੂੰ ਬੇਨਤੀ ਆਪਣੇ ਮਾਈਕ ਨੂੰ ਅਨਮਿਊਟ ਕਰਨ। ਵਾਹਿਗੁਰੂ ਜੀ। ਹਾਂਜੀ ਵਾਹਿਗੁਰੂ ਜੀ, ਗੁਰੂ ਜੀ ਦੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਮੈਨੂੰ ਲੱਗਿਆ ਕਿ ਉਹਨਾਂ ਨੇ ਹਮੇਸ਼ਾ ਹੀ ਆਪਣੇ ਗੁਰੂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਨੂੰ, ਉਪਦੇਸ਼ ਨੂੰ ਹਮੇਸ਼ਾ ਜਾਣਿਆ, ਜਿਨ੍ਹਾਂ ਕਰਕੇ ਉਹਨਾਂ ਨੂੰ ਇੰਨਾ ਵਿਸ਼ਵਾਸ ਸੀ ਕਿ ਉਹ ਕਦੇ ਵੀ ਗਲਤ ਨਹੀਂ ਹੋ ਸਕਦੇ। ਇਸੇ ਕਰਕੇ ਆਪਣੇ ਧਰਮ ਤੋਂ ਡੋਲੇ ਨਹੀਂ। ਇਸ ਲਈ ਸਾਨੂੰ ਵੀ ਚਾਹੀਦਾ ਕਿ ਸਾਨੂੰ ਆਪਣੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਵੀ ਆਪਣੀ ਜ਼ਿੰਦਗੀ ਜਿੰਨੇ ਵੀ ਫੈਸਲੇ ਲਵਾਂਗੇ ਉਹਨਾਂ ਵਿੱਚ ਅਡੋਲ ਲਵਾਂਗੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਉਹ ਕਦੇ ਵੀ ਗਲਤ ਨਹੀਂ ਹੋਣਗੇ ਜੀ। ਕੈਂਪ ਚੱਲਣ ਦੇ ਜੀ। ਬਹੁਤ ਧੰਨਵਾਦ ਜੀ ਕਿ ਸਾਨੂੰ ਆਪਣੇ ਗੁਰੂ ਪਿਤਾ ਦਾ ਅਤੇ ਆਪਣੇ ਦੁਨਿਆਵੀ ਮਾਤਾ ਪਿਤਾ ਦੋਨਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਜੀ। ਬਹੁਤ ਧੰਨਵਾਦ। ਨੈਕਸਟ 11242 ਰਮਨਜੀਤ ਕੌਰ, ਬੇਨਤੀ ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਰਮਨਜੀਤ ਕੌਰ 11242। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰਮਨਜੀਤ ਕੌਰ ਹੈ ਅਤੇ ਮੇਰਾ EPP ਨੰਬਰ 11242 ਹੈ। ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਜ਼ੁਲਮ ਵਿਰੁੱਧ ਲੜਨਾ ਚਾਹੀਦਾ ਹੈ ਤੇ ਸਾਨੂੰ ਮੁਸ਼ਕਿਲਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਤੇ ਸਾਨੂੰ ਡਰਨਾ ਨਹੀਂ ਚਾਹੀਦਾ ਹੈ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਡਾ ਕਰਕੇ ਆਪਣਾ ਪੂਰਾ ਸਰਬੰਸ ਵਾਰ ਦਿੱਤਾ। ਸੋ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ਤੇ ਆਪਣੇ ਆਪ ਨੂੰ ਇੰਪਰੂਵ ਕਰਨਾ ਚਾਹੀਦਾ ਹੈ ਤੇ ਚੰਗੇ ਗੁਣ ਲੈ ਕੇ ਆਉਣੇ ਚਾਹੀਦੇ ਹਨ। ਸੋ ਮੈਂ ਪ੍ਰਣ ਕਰਦੀ ਹਾਂ ਕਿ ਮੈਂ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਡਟ ਕੇ ਕਰਾਂਗੀ ਤੇ ਨਹੀਂ ਡਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। EPP ਨੰਬਰ 15468। ਬੇਨਤੀ ਸਾਰਿਆਂ ਨੂੰ ਬੜੇ ਸੰਖੇਪ ਵਿੱਚ, ਬਹੁਤ ਸਾਰੇ ਹੈਂਡ ਰੇਜ਼ ਨੇ ਔਰ ਆਪਣੇ ਕੋਲ ਸਮਾਂ ਸਿਰਫ 5 ਮਿੰਟ ਹੈ। ਕੇਵਲ ਇੱਕ ਹੀ ਵਿੱਚ ਜ਼ਰੂਰ ਕਰੀਏ ਜੀ। ਮੈਂ ਪ੍ਰਣ ਕੀਤਾ ਕਿ ਮੈਂ ਹਮੇਸ਼ਾ ਨਿਤਨੇਮ ਕਰਿਆ ਕਰਾਂਗੀ, ਚਾਹੇ ਕੋਈ ਵੀ ਮੁਸ਼ਕਿਲ ਆਵੇ। ਤੇ ਸਾਨੂੰ ਸਿੱਖਣ ਨੂੰ ਮਿਲਿਆ ਕਿ ਸਾਨੂੰ ਆਪਣੇ ਧਰਮ ਵਿੱਚ ਪੱਕੇ ਰਹਿਣਾ ਚਾਹੀਦਾ ਹੈ, ਚਾਹੇ ਕੋਈ ਵੀ ਸਾਨੂੰ ਕਿੰਨਾ ਵੀ ਲਾਲਚ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ। ਅੱਜ ਕੱਲ ਨਾ ਪਿੰਡਾਂ ਦੇ ਵਿੱਚ ਸਪੈਸ਼ਲੀ ਬਹੁਤ ਲਾਲਚ ਦਿੱਤੇ ਜਾਂਦੇ ਨੇ ਕਿ ਤੁਸੀਂ ਧਰਮ ਲਓ, ਤੁਹਾਨੂੰ ਇਹ ਪੈਸੇ ਮਿਲਣਗੇ, ਇਹ ਵਾਲਾ ਧਰਮ ਅਪਣਾ ਲਓ, ਇਹ ਫੈਸਿਲਿਟੀ ਮਿਲੇਗੀ। ਜ਼ਰੂਰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਤੋਂ ਇਹ ਸਿੱਖਿਆ ਲਈਏ, ਅਸੀਂ ਆਪਣਾ ਧਰਮ ਕਿਸੇ ਵੀ ਲਾਲਚ ਵਿੱਚ ਆ ਕੇ ਨਹੀਂ ਛੱਡਣਾ। ਔਰ ਦੂਸਰੀ ਗੱਲ, ਅਸੀਂ ਬੜਿਆਂ ਨੇ ਪ੍ਰੋਮਿਸ ਕੀਤਾ ਨਾ ਕਿ ਅਸੀਂ ਨਿਤਨੇਮ ਰੋਜ਼ ਕਰਾਂਗੇ। ਹੁਣ ਦੇਖੋ ਗੁਰੂ ਜੀ ਕਈ ਵਾਰੀ ਟੈਸਟ ਵੀ ਲੈ ਲੈਂਦੇ ਨੇ ਕਿ ਅੱਜ ਇਹ ਪ੍ਰੋਬਲਮ ਆਈ ਹੈ ਜਾਂ ਅੱਜ ਏਦਾਂ ਦਾ ਇੱਕ ਮਾਹੌਲ ਬਣ ਗਿਆ ਕਿ ਅੱਜ ਨਿਤਨੇਮ ਨਹੀਂ ਹੋਣਾ। ਉਦੋਂ ਫਿਰ ਸਾਡਾ ਇੱਕ ਟੈਸਟ ਹੁੰਦਾ, ਅਸੀਂ ਕਰਦੇ ਹਾਂ ਕਿ ਨਹੀਂ ਕਰਦੇ। ਸੋ ਜ਼ਰੂਰ ਅਸੀਂ ਸਾਰਿਆਂ ਨੇ ਅਰਦਾਸ ਕਰਨੀ ਹੈ, ਕਿਉਂਕਿ ਅਸੀਂ ਆਪ ਟੈਸਟ ਚੋਂ ਪਾਸ ਨਹੀਂ ਹੋ ਸਕਦੇ। ਜੇ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਅਸੀਂ ਟੈਸਟ ਵਿੱਚੋਂ ਪਾਸ ਹੋ ਸਕਾਂਗੇ। ਹਾਂਜੀ ਪਰਮੀਤ ਸਿੰਘ ਜੀ। ਮੈਂ ਅੱਜ ਤੋਂ ਪ੍ਰਣ ਕਰਦਾ ਹਾਂ ਕਿ ਮੈਂ ਰੋਜ਼ ਆਪਣਾ ਨਿਤਨੇਮ ਤੇ ਅੰਮ੍ਰਿਤ ਵੇਲਾ ਕਦੇ ਨਹੀਂ ਖੁੰਝਾਵਾਂਗਾ ਅਤੇ ਮੈਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਇਹ ਸਿੱਖਿਆ ਮਿਲੀ, ਉਹਨਾਂ ਦੇ ਜੀਵਨ ਤੋਂ ਇਹ ਸਿੱਖਿਆ ਮਿਲੀ ਕਿ ਮੈਂ ਕਦੇ ਕਿਸੇ ਵੀ ਇਨਸਾਨ ਦੇ ਲਾਲਚ ਆ ਕੇ ਕੋਈ ਵੀ ਗਲਤ ਕੰਮ ਨਹੀਂ ਕਰਾਂਗਾ ਜਾਂ ਮੈਂ ਆਪਣਾ ਧਰਮ ਨਹੀਂ ਬਦਲਾਂਗਾ, ਸਗੋਂ ਮੈਂ ਉਸ ਇਨਸਾਨ ਨੂੰ ਸਹੀ ਰਾਹ ਦਿਖਾਵਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਹਾਂਜੀ ਪ੍ਰਭਪ੍ਰੀਤ ਕੌਰ ਜੀ। ਮੈਂ ਕਿਹਾ ਕਿ ਸਾਨੂੰ ਸਿੱਖੀ ਨਹੀਂ ਛੱਡਣੀ ਚਾਹੀਦੀ ਤੇ ਸੱਚ ਬੋਲਣਾ ਚਾਹੀਦਾ ਹੈ ਤੇ ਜ਼ੁਲਮ ਨਹੀਂ ਸਹਿਣਾ ਚਾਹੀਦਾ ਤੇ ਬੇਇਨਸਾਫੀ ਨਹੀਂ ਕਰਨੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। 14581। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਹਿਣਾ ਚਾਹੁੰਦੀ ਸੀ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਪਰਿਵਾਰ ਤੇ ਕਿੰਨੀ ਮੁਸ਼ਕਿਲਾਂ ਭਰਿਆ ਸਮਾਂ ਆਇਆ, ਪਰ ਉਹ ਹਮੇਸ਼ਾ ਆਸ਼ਾਵਾਦੀ ਰਹੇ ਤੇ ਦ੍ਰਿੜ ਇਰਾਦਾ ਰੱਖਿਆ। ਮੈਂ ਵੀ ਆਪਣੇ ਜੀਵਨ ਵਿੱਚ ਇਹ ਸਿੱਖਿਆ ਅਪਣਾਵਾਂਗੀ। ਵਾਹਿਗੁਰੂ ਜੀ। ਸਿਖਾਇਆ, ਪੋਜ਼ਿਟਿਵ ਸੋਚ ਰੱਖਣੀ ਸਿਖਾਈ ਹੈ। ਹਾਂਜੀ ਨੈਕਸਟ ਜੀ। ਇਹਨਾਂ ਨੇ ਨਾਂ ਨਹੀਂ ਲਿਖਿਆ ਹੋਇਆ ਆਪਣਾ, ਓਪੋ ਫੋਨ ਦਾ ਨਾਮ ਹੀ ਲਿਖਿਆ ਆ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਹਾਂਜੀ
ਮੈਂ ਆਪਣੇ ਜੀਵਨ ਤੋਂ ਇਹੀ ਸਿੱਖਿਆ ਜੀ ਕਿ ਮੈਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਾਂਗੀ ਅਤੇ ਕਦੇ ਵੀ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਵੀ ਲਾਲਚ ਵਿੱਚ ਨਹੀਂ ਆਵਾਂਗੀ ਤੇ ਸਦਾ ਆਪਣੇ ਧਰਮ ਤੇ ਅਟੁੱਟ ਵਿਸ਼ਵਾਸ ਰੱਖਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੀਟਿੰਗ ਜੁਆਇਨ ਕਰਨ ਲੱਗੇ ਆਪਣਾ ਨਾਮ ਜ਼ਰੂਰ ਲਿਖਣਾ ਹੈ ਜੀ, ਠੀਕ ਹੈ ਜੀ। ਨੈਕਸਟ 13230 ਮਾਨਸਾ ਤੋਂ। ਸਾਨੂੰ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਪਰਮਾਤਮਾ ਦਾ ਭਾਣਾ ਮੰਨਣਾ ਚਾਹੀਦਾ ਹੈ ਤੇ ਜੇਕਰ ਸਾਡੀ ਜ਼ਿੰਦਗੀ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਉਸ ਦਾ ਸਾਹਮਣਾ ਡਟ ਕੇ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਨੈਕਸਟ ਫਿਰੋਜ਼ਪੁਰ ਜ਼ੋਨ ਤੋਂ। ਇਹਨਾਂ ਦਾ ਈਪੀਪੀ ਨੰਬਰ ਮੈਨੂੰ ਪੂਰਾ ਸ਼ੋ ਨਹੀਂ ਹੋ ਰਿਹਾ। ਹਾਂਜੀ ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਛੋਟੇ ਸਾਹਿਬਜ਼ਾਦਿਆਂ ਤੋਂ ਇਹੀ ਸਿੱਖਿਆ ਕਿ ਅਸੀਂ ਆਪਣੇ ਸਿੱਖੀ ਧਰਮ ਨੂੰ ਬਚਾਉਣਾ ਹੈ। ਸਾਨੂੰ ਡਰਨਾ ਨਹੀਂ ਚਾਹੀਦਾ ਅਤੇ ਸਾਨੂੰ ਨਿਤਨੇਮ ਬਾਣੀ ਪੜ੍ਹਨੀ ਚਾਹੀਦੀ ਹੈ। ਆਪਣੇ ਕੇਸ ਰੋਮ ਪਰਵੱਟੇ ਨਹੀਂ ਕਰਨੇ ਚਾਹੀਦੇ। ਸਾਨੂੰ ਦਸਤਾਰ ਸਜਾਉਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਹਾਂਜੀ ਕਾਜਲ ਕੁਮਾਰੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਜਿਵੇਂ ਵੱਡੇ ਸਾਹਿਬਜ਼ਾਦਿਆਂ ਨੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨ ਕੇ, ਆਪਣੇ ਵਾਹਿਗੁਰੂ ਜੀ ਦਾ ਕਹਿਣਾ ਮੰਨ ਕੇ ਸਿੱਖੀ ਨਹੀਂ ਛੱਡੀ ਤੇ ਸਿੱਖੀ ਤੇ ਅਟਲ ਰਹੇ। ਉਸੇ ਤਰ੍ਹਾਂ ਮੈਂ ਵੀ ਆਪਣੇ ਮਾਤਾ ਪਿਤਾ ਜੀ ਦਾ ਕਹਿਣਾ ਨਹੀਂ ਮੰਨਾਂਗੀ ਹਾਂਜੀ ਅਤੇ ਆਪਣੇ ਵਾਹਿਗੁਰੂ ਜੀ ਦੇ ਇਹ ਜਿਹੜਾ ਉਹਨਾਂ ਨੇ ਕਿਹਾ ਉਹਨਾਂ ਨੂੰ ਮੰਨਾਂਗੀ, ਅਸੂਲਾਂ ਉੱਤੇ ਚੱਲਾਂਗੀ। ਬਹੁਤ ਧੰਨਵਾਦ ਜੀ। ਸਮਾਂ ਸਾਡੇ ਕੋਲ ਬਹੁਤ ਸੀਮਤ ਰਹਿ ਗਿਆ। ਮੈਂ ਸਾਰੇ ਬੱਚਿਆਂ ਨੂੰ ਬੇਨਤੀ ਕਰਾਂਗੀ ਕੇਵਲ ਇੱਕ ਲਾਈਨ ਦੇ ਵਿੱਚ ਹੀ ਆਪਣੀ ਗੱਲ ਨੂੰ ਸਮਾਪਤ ਕਰੀਏ ਜੀ। 16137 ਸੁਮਨ ਕੌਰ, ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਵਾਹਿਗੁਰੂ ਜੀ। ਹਾਂਜੀ। ਮੈਂ ਆਪਣੇ ਆਪਣਾ ਪ੍ਰਣ ਕੀਤਾ ਹੈ ਕਿ ਮੈਂ ਆਪਣੀ ਜਿੱਤ ਤੇ ਕਦੇ ਵੀ ਮਾਣ ਨਹੀਂ ਕਰਾਂਗੀ ਅਤੇ ਸਿੱਖੀ ਦਾ ਬੂਟਾ ਲਗਾਵਾਂਗੀ। ਸਾਹਿਬਜ਼ਾਦਿਆਂ ਦੇ ਜੀਵਨ ਤੋਂ ਸਿੱਖਿਆ ਮਿਲਦੀ ਹੈ ਕਿ ਆਪਣੇ ਧਰਮ ਵਿੱਚ ਪਰਪੱਕ ਰਹਿਣਾ ਹੈ, ਕਦੇ ਵੀ ਡੋਲਣਾ ਨਹੀਂ, ਹਮੇਸ਼ਾ ਮੁਸੀਬਤਾਂ ਦਾ ਡਟ ਕੇ ਸਾਹਮਣਾ ਕਰਨਾ ਹੈ। ਜੀ ਬਹੁਤ ਧੰਨਵਾਦ ਜੀ। ਨੈਕਸਟ ਰਿਪੁਮਨ ਸਿੰਘ ਗੁਰਲੀਨ ਤੋਂ। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਡੀ ਛੋਟੇ ਸਾਹਿਬਜ਼ਾਦਿਆਂ ਵਾਸਤੇ ਸੱਚੀ ਸ਼ਰਧਾਂਜਲੀ ਇਹੀ ਹੋਏਗੀ ਕਿ ਅਸੀਂ ਗੁਰਮੁਖ ਪਿਆਰੇ ਰਹਿ ਕੇ ਹੀ ਵੱਡੀਆਂ ਪੋਸਟਾਂ ਤੇ ਜਾਈਏ ਅਤੇ ਆਪਣੀ ਪੰਥ ਦਾ ਨਾਮ ਰੋਸ਼ਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ, ਬਹੁਤ ਧੰਨਵਾਦ ਜੀ। ਨੈਕਸਟ ਅਮਨਦੀਪ ਕੌਰ, ਬੇਨਤੀ ਹੈ ਜੀ ਆਪਣੇ ਮਾਈਕ ਨੂੰ ਅਨਮਿਊਟ ਕਰੋ। ਹਾਂਜੀ ਮੈਨੂੰ ਸਾਹਿਬਜ਼ਾਦਿਆਂ ਦੇ ਜੀਵਨ ਵਿੱਚੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਸੱਚਿਆਰ ਬਣਨਾ ਚਾਹੀਦਾ ਹੈ, ਕਦੇ ਵੀ ਕਿਸੇ ਦੇ ਲਾਲਚ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਹਮੇਸ਼ਾ ਨਿਡਰ ਹੋ ਕੇ ਰਹਿਣਾ ਚਾਹੀਦਾ ਹੈ। ਮੈਂ ਆਪਣੇ ਆਪ ਨਾਲ ਇਹ ਪ੍ਰਣ ਕਰਦੀ ਹਾਂ ਕਿ ਮੈਂ ਹਮੇਸ਼ਾ ਸਾਹਿਬਜ਼ਾਦਿਆਂ ਦੇ ਵਾਂਗ ਸੱਚਿਆਰ ਬਣਾਂਗੀ ਅਤੇ ਹਮੇਸ਼ਾ ਸਿਮਰਨ, ਅਰਦਾਸ ਅਤੇ ਮਿਹਨਤ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਨੈਕਸਟ ਮੁਸਕਾਨ ਕੌਰ, ਹਾਂਜੀ ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਜੇ ਨਹੀਂ ਰੈਡੀ, ਨੈਕਸਟ 15520 ਗੁਰਦਾਸਪੁਰ ਤੋਂ। ਮੈਂ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਸਾਡੇ ਤੇ ਕੋਈ ਦੁੱਖ ਆਵੇ ਤਾਂ ਸਾਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰ ਲੈਣਾ ਚਾਹੀਦਾ ਹੈ, ਜਿਸ ਨਾਲ ਸਾਨੂੰ ਆਪਣਾ ਕੋਈ ਵੀ ਦੁੱਖ ਵੱਡਾ ਨਹੀਂ ਲੱਗੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ। ਬਿਲਕੁਲ ਸਾਡੇ ਸਾਰੇ ਦੁੱਖ ਬਹੁਤ ਛੋਟੇ ਨੇ ਉਹਨਾਂ ਦੀ ਕੁਰਬਾਨੀ ਦੇ ਅੱਗੇ। 1680 ਅਸੀਂ ਬਸ ਇੱਕ ਦੋ ਵਿਦਿਆਰਥੀ ਹੋਰ ਲਵਾਂਗੇ ਜੀ। ਸਮਾਂ ਆਪਣੇ ਜੀ। ਹਾਂਜੀ ਵਾਹਿਗੁਰੂ ਜੀ। 202109 ADB ਤੋਂ ਗੁਰਸੀਰਤ ਕੌਰ ਜੀ, ਬੇਨਤੀ ਹੈ ਜੀ ਆਪਣੇ ਮਾਈਕ ਨੂੰ ਅਨਮਿਊਟ ਕਰੋ। ਵਾਹਿਗੁਰੂ ਜੀ। ADB ਤਾਜਵਾਲ ਤੋਂ, ਹਾਂਜੀ ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਹਾਂਜੀ ਮੈਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਖਾਲਸਾ, ਫਤਿਹ ਜੀ। ਹਾਂਜੀ ਮੈਮ, ਤੁਹਾਡੀ ਰੋਜ਼ ਮੈਂ ਕਲਾਸ ਸੁਣਦੀ ਆ, ਮੇਰੇ ਬੱਚਿਆਂ ਨੇ ਇਹ ਲਗਾਈ ਹੋਆ, ਬਹੁਤ ਵਧੀਆ ਤੁਹਾਡੇ ਵਿਚਾਰ ਆ। ਧੰਨਵਾਦ ਜੀ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਾਹਿਬਜ਼ਾਦਿਆਂ ਬਾਰੇ? ਹਾਂਜੀ ਮੈਂ ਫਤਿਹ ਵਾਲਾ ਸ਼ਬਦ ਬੋਲਣਾ ਚਾਹੁੰਦੀ ਥੋੜਾ ਜਿਹਾ। ਸ਼ਬਦ ਲਈ ਜਿਹੜਾ ਬਾਅਦ ਸਕਰੀਨ ਤੇ ਨੰਬਰ ਆਏਗਾ ਉਹ ਤੁਸੀਂ ਜ਼ਰੂਰ ਉਹ ਲੈ ਸਕਦੇ ਹੋ ਜੀ। ਅੱਜ ਕੇਵਲ ਅਸੀਂ 4 ਲੈ ਰਹੇ ਸਾਂ। ਅੱਛਾ ਜੀ। ਸਾਰੇ ਹੀ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸਾਰੇ ਹੈਂਡ ਜਿਹੜੇ ਹੈਗੇ ਨੇ ਬੱਚਿਆਂ ਦੇ ਹਜੇ ਵੀ ਖੜੇ ਨੇ ਕਿ ਅਸੀਂ ਬੋਲਣਾ ਹੈ।
ਪਰ ਅਸੀਂ ਮੰਨਦੇ ਹਾਂ ਕਿ ਸਮੇਂ ਦੀ ਜਿਹੜੀ ਸੀਮਾ ਹੋਣ ਕਰਕੇ ਅਸੀਂ ਹੋਰ ਵਿਦਿਆਰਥੀਆਂ ਨੂੰ ਸਮਾਂ ਅੱਜ ਨਹੀਂ ਦੇ ਸਕਾਂਗੇ, ਲੇਕਿਨ ਇਹ ਜਿਹੜਾ ਸੈਸ਼ਨ ਅਸੀਂ ਦੁਬਾਰਾ ਫਿਰ ਰੱਖਾਂਗੇ। ਜਿਹੜੇ ਵਿਦਿਆਰਥੀ ਰਹਿ ਗਏ ਨੇ ਜ਼ਰੂਰ ਉਹਨਾਂ ਨੂੰ ਸਮਾਂ ਦਿੱਤਾ ਜਾਏਗਾ। ਔਰ ਮੈਂ ਫਿਰ ਬੇਨਤੀ ਕਰਾਂਗੀ ਜਿਹੜੇ ਵਿਦਿਆਰਥੀ ਨਹੀਂ ਵੀ ਬੋਲੇ, ਉਹ ਜੋ ਵੀ ਚਾਹੁੰਦੇ ਸੀ ਨਾ ਆਪਣੀ ਕਾਪੀ ਦੇ ਉੱਪਰ ਲਿਖ ਕੇ ਇੱਕ ਬਾਕਸ ਬਣਾ ਕੇ ਥੋੜਾ ਜਿਹਾ ਵੱਡੇ ਫੌਂਟ ਦੇ ਵਿੱਚ, ਥੋੜੇ ਵੱਡੇ ਸਾਈਜ਼ ਦੇ ਵਿੱਚ ਜੋ ਉਹਨਾਂ ਨੇ ਸਿੱਖਿਆ ਤੇ ਜੋ ਪ੍ਰੋਮਿਸ ਕੀਤਾ, ਇਹ ਆਪਣੀ ਕਾਪੀ ਤੇ ਲਿਖ ਕੇ ਅੱਜ ਸਾਰਿਆਂ ਨੇ ਫੀਡਬੈਕ ਦੇ ਵਿੱਚ ਉਹ ਵਾਲੀ ਫੋਟੋ ਭੇਜਣੀ ਹੈ ਜੀ। ਸੋ ਅਗਰ ਤੁਸੀਂ ਕੁਝ ਨਹੀਂ ਵੀ ਬੋਲ ਸਕੇ ਔਰ ਤੁਹਾਨੂੰ ਲੱਗਦਾ ਕਿ ਇਹ ਵੀ ਮੈਂ ਸਿੱਖਿਆ ਜਾਂ ਇਹ ਵੀ ਮੈਂ ਪ੍ਰਣ ਕੀਤਾ, ਤੁਸੀਂ ਉਹ ਲਿਖ ਕੇ ਫੋਟੋ ਭੇਜ ਸਕਦੇ ਹੋ। ਸੋ ਜ਼ਰੂਰ ਸਾਰੇ ਵਿਦਿਆਰਥੀਆਂ ਨੇ ਇਹ ਵਾਲਾ ਵਰਕ ਜਿਹੜਾ ਤੁਹਾਡਾ ਟਾਸਕ ਹੈ, ਇੱਕ ਗਰੁੱਪ ਦੇ ਵਿੱਚ ਵੀ ਅੱਜ ਟਾਸਕ ਪਾਇਆ ਗਿਆ ਜੀ, ਉਹ ਵੀ ਸਾਰੇ ਜ਼ਰੂਰ ਕਰਨਾ। ਸੋ ਸਾਰੇ ਹੀ ਵਿਦਿਆਰਥੀਆਂ ਦੇ, ਸਾਰੇ ਜਿਹੜੇ ਪੇਰੈਂਟਸ ਵੀ ਨਾਲ ਬੈਠੇ ਨੇ ਜਾਂ ਜਿਹੜੀਆਂ ਦਾਦੀ ਮਾਵਾਂ ਵੀ ਅੱਜ ਨਾਲ ਬੈਠੀਆਂ ਹੋਈਆਂ ਸਨ, ਕਈਆਂ ਦੀ ਫੋਟੋਗ੍ਰਾਫਸ ਆਈਆਂ, ਬਹੁਤ ਧੰਨਵਾਦ ਸਾਰਿਆਂ ਦਾ। ਸੋ ਆਸ ਕਰਦੇ ਹਾਂ ਕਿ ਆਪ ਜੀ ਇਸੇ ਤਰ੍ਹਾਂ ਸਿੱਖੀ ਨਾਲ ਜੁੜੇ ਰਹੋਗੇ, ਦੇ ਨਾਲ ਜੁੜੇ ਰਹੋਗੇ ਤੇ ਇਸੇ ਤਰ੍ਹਾਂ ਜੋ ਆਪ ਸਿੱਖ ਰਹੇ ਆ। ਔਰ ਜਿਹੜੀ ਗੱਲ ਕੀਤੀ ਗਈ ਸੀ ਫੌਜਾਂ ਨੂੰ ਤਿਆਰ ਕਰਨ ਦੀ, ਔਰ ਜ਼ਰੂਰ ਆਪਣੇ ਆਲੇ ਦੁਆਲੇ ਜੋ ਵੀ ਵਿਦਿਆਰਥੀ ਨੇ ਉਹਨਾਂ ਨੂੰ ਅਸੀਂ ਇਹ ਵਾਲੀ ਸਿੱਖਿਆਵਾਂ ਦੇ ਕੇ ਆਉਣ ਵਾਲੀ ਪਨੀਰੀ ਨੂੰ ਗੁਰੂ ਦੇ ਨਾਲ ਜੋੜਾਂਗੇ ਜੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਕੈਂਪ ਦੀ ਅੱਛੀ ਸਮਾਪਤੀ ਹੈ। ਜਿਹੜੇ ਵੀ ਵੀਰ ਭੈਣ ਜਾਂ ਵਿਦਿਆਰਥੀ ਜਾਪ ਦੀ ਸੇਵਾ ਜਾਂ ਜਿਹੜੀ ਕਵਿਤਾ ਕਵਿਸ਼ਰੀ ਦੀ ਸੇਵਾ ਜਿਹੜੀ 5 ਤਰੀਕ ਤੱਕ ਹੋਏਗੀ, ਸੋ ਇਹਦੇ ਵਿੱਚ ਕੋਈ ਸੇਵਾ ਲੈਣਾ ਚਾਹੁੰਦੇ ਨੇ ਤਾਂ ਜ਼ਰੂਰ ਆਪਣਾ ਜਿਹੜਾ ਨਾਮ ਹੈ ਉਹ ਲਿਖਵਾ ਸਕਦੇ ਨੇ ਜੀ। ਨੰਬਰ ਹੁਣ ਸਕਰੀਨ ਤੇ ਡਿਸਪਲੇ ਕੀਤੇ ਜਾਣਗੇ। ਔਰ 5 ਤਰੀਕ ਤੋਂ ਬਾਅਦ ਫਿਰ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਆਪਾਂ ਜਾਪ ਤੋਂ ਬਾਅਦ ਸ਼ਬਦ ਦੀ ਸੇਵਾ ਕਰਦੇ ਸਾਂ, ਸੋ ਉਹੀ 5 ਤਰੀਕ ਤੋਂ ਬਾਅਦ ਜਿਹੜੀ ਉਹ ਸ਼ਬਦ ਦੀ ਸੇਵਾ ਹੋਏਗੀ ਜੀ। ਸੋ ਸਾਰੇ ਹੀ ਵਿਦਿਆਰਥੀਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ। ਕੱਲ ਨੂੰ ਫਿਰ ਸਾਰੇ ਅਸੀਂ ਸ਼ਾਮੀ 4 ਵਜੇ ਮਿਲਾਂਗੇ ਜੀ। ਉਹਦੇ ਲਈ ਨਵਾਂ ਆਈਡੀ ਪਾਸਵਰਡ ਤੁਹਾਨੂੰ ਗਰੁੱਪ ਦੇ ਵਿੱਚ ਸ਼ੇਅਰ ਕਰ ਦਿੱਤਾ ਜਾਏਗਾ। ਸੋ ਮੈਂ ਗਗਨਵੀਰ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਨੰਬਰ ਡਿਸਪਲੇ ਕਰਨਗੇ, ਸੋ ਬੱਚਿਆਂ ਨੇ ਜ਼ਰੂਰ ਨੋਟ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।